ਮੋਹਨ ਭੰਡਾਰੀ ਦੀ ਕਹਾਣੀ ਸਾਂਝ। ਉਹਨੇ ਚਿੱਠੀ ਪੜ੍ਹੀ, ਸਧਾਰਨ ਜਿਹੀ ਸੀ, ਉਹ ਵੀ ਪੋਸਟ ਕਾਰਡ ਉੱਤੇ। ਉਹੀ ਆਮ ਫਹਿਮ ਗੱਲਾਂ, ਉਹਨੂੰ ਕੋਈ ਹੈਰਾਨੀ ਨਾ ਹੋਈ। ਇਹੀ ਰਵੱਈਆ ਸੀ ਸੱਤ ਪ੍ਰਕਾਸ਼ ਦਾ। ਜਾਂ ਤਾਂ ਸਾਲਾਂ ਬੱਧੀ ਲਿਖਦਾ ਹੀ ਨਹੀਂ ਸੀ, ਤੇ ਜੇ ਕਦੇ ਕਦਾਈ ਲਿਖਦਾ ਵੀ ਸੀ ਤਾਂ ਉਹੀ ਕਿਸੇ ਪਿੱਟੇ ਫਿਕਰੇ, ਆਪਦੀ ਖੈਰੀਅਤ ਭਗਵਾਨ ਤੋਂ ਸ਼ੁਭ ਚਾਹੁੰਨਾ, ਜ਼ਮਾਨਾ ਖਰਾਬ ਹੈ, ਹੁਸ਼ਿਆਰੀ ਨਾਲ ਰਹਿਣਾ, ਕਿਸੇ ਨਾਲ ਲੜਨਾ ਝਗੜਨਾ ਨਹੀਂ, ਬੱਚਿਆਂ ਨੂੰ ਪਿਆਰ ਆਦਿ। ਹਾਂ, ਉਸ ਵਿੱਚ ਇੱਕ ਗੱਲ ਪੱਕੀ ਸੀ, ਸੰਬੋਧਨ ਤੋਂ ਬਾਅਦ ਉਹ ਜੈ ਜੈ ਸੀਆ ਰਾਮ ਲਿਖਣਾ ਕਦੇ ਨਹੀਂ ਸੀ ਭੁੱਲਦਾ। ਕੁਝ ਵਿਸ਼ੇਸ਼ ਜਾਂ ਉਚੇਚ ਉਹਦੀਆਂ ਲਿਖਤਾਂ ਵਿੱਚੋਂ ਸਹਿਜੇ ਨਹੀਂ ਸੀ ਲੱਭਦਾ। ਇਹ ਗੱਲ ਸ਼ਾਇਦ ਉਹ ਪੜ੍ਹਨ ਵਾਲੇ ਤੇ ਛੱਡ ਦਿੰਦਾ ਸੀ। ਉਹੀ ਮੱਥਾ ਮਾਰੇ ਤੇ ਸਤਰਾਂ ਵਿਚਲਾ ਭੇਤ ਲੱਭੇ। ਜ਼ਿੰਦਗੀ ਦੇ ਹੋਰ ਮਾਮਲਿਆਂ ਬਾਰੇ ਵੀ ਉਹਦਾ ਇਹੀ ਵਤੀਰਾ ਸੀ, ਸਹਿਜ, ਭਾਵਾਂ, ਕੋਰਾ, ਜਾਂ ਕਹਿ ਲਓ ਕਿ ਵਿਹਾਰੀ ਬੰਦਾ ਸੀ। ਕਾਰੋਬਾਰੀ ਤੇ ਦੁਨੀਆਦਾਰ, ਨਾ ਕਿਸੇ ਨਾਲ ਬਹੁਤਾ ਮੋਹ ਨਾ ਵੈਰ। ਵਾਹ ਲੱਗਦੀ ਸਾਰੇ ਤੀਰਥਾਂ 'ਤੇ ਜਾਣਾ, ਰੋਹ ਰੀਤਾਂ ਨਿਭਾਉਣੀਆਂ ਤੇ ਮੇਲੇ ਮਸਾਵਿਆਂ 'ਚ ਸ਼ਾਮਲ ਹੋਣਾ ਉਹਦੀ ਆਦਤ ਸੀ। ਸਿਰੋਂ ਨੰਗਾ ਰਹਿੰਦਾ, ਪਰ ਰਸਮਾਂ ਵੇਲੇ ਜਾਂ ਸਭਾ ਸੁਸਾਇਟੀ 'ਚ ਹਾਜ਼ਰੀ ਦੇਣ ਸਮੇਂ ਪੱਗ ਜ਼ਰੂਰ ਬੰਨ੍ਹਦਾ। ਹੋਰ ਤਾਂ ਹੋਰ, ਭਾਸ਼ਾ ਦੇ ਮਾਮਲੇ 'ਚ ਵੀ ਉਹ ਕੱਟੜ ਨਹੀਂ ਸੀ। ਕੰਮ ਸਾਰਨ ਜੋਗੀਆਂ 3 ਜ਼ਬਾਨਾਂ ਉਹਨੂੰ ਆਉਂਦੀਆਂ ਸਨ, ਉਰਦੂ, ਹਿੰਦੀ ਤੇ ਪੰਜਾਬੀ। ਜਿਸ 'ਚ ਚਾਹੇ ਲਿਖ ਲੈਂਦਾ। ਉਰਦੂ ਦਾ ਮੁਹਾਵਰਾ ਤੇ ਵਹਾਓ ਉਹਦਾ ਦੇਖਿਆ ਹੀ ਬਣਦਾ ਸੀ, ਲਫ਼ਜ਼ ਮੋਤੀਆਂ ਵਰਗੇ। ਹਿੰਦੀ ਤੇ ਪੰਜਾਬੀ ਦੀ ਲਿਖਤ ਵੀ ਮਾੜੀ ਨਹੀਂ ਸੀ ਕਹੀ ਜਾ ਸਕਦੀ। ਹਾਂ, ਪੰਜਾਬੀ ਦੀ ਲਿਖਤ ਵਿੱਚ ਸੱਸਾ ਤੇ ਮੰਮੇ ਦਾ ਫਰਕ ਫਿਕਰਾ ਪੜ੍ਹ ਕੇ ਹੀ ਲਾਉਣਾ ਪੈਂਦਾ। ਇਸ ਕਰਕੇ ਹੋ ਜਾਂਦਾ ਕਿ ਪੂਰੀ ਸਤਰ ਲਿਖਣ ਤੋਂ ਬਾਅਦ ਉਸ ਉੱਤੇ ਲਕੀਰ ਖਿੱਚ ਦਿੰਦਾ। ਆਦਤ ਜੋ ਬਣ ਗਈ ਸੀ। ਇੰਨੇ ਚਿਰ ਪਿੱਛੋਂ ਲਿਖਿਆ ਤੇ ਕੀ ਲਿਖਿਆ। ਉਹਨੂੰ ਸੱਤ ਪ੍ਰਕਾਸ਼ ਤੇ ਖਿਝ ਆਈ। ਆਖਰ ਉਹਦਾ ਬੜਾ ਭਾਈ ਸੀ, ਵਿਸਥਾਰ ਨਾਲ ਲਿਖਦਾ, ਭਾਬੀ ਬਾਰੇ, ਭਤੀਜੇ ਸ਼ੋਕ ਬਾਰੇ, ਨੂੰਹ ਬਾਰੇ। ਹੁਣ ਤਾਂ ਸੁੱਖ ਨਾਲ ਉਹਦੀ ਗੋਦੀ ਨਿਆਣਿਆ। ਚਲੋ ਖੈਰ, ਇਹ ਤਾਂ ਉਹਦਾ ਆਪਣਾ ਟੱਬਰ ਹੋਇਆ। ਨਹੀਂ ਲਿਖਿਆ ਕੁਛ ਨਾ ਸਹੀ, ਘੱਟੋ ਘੱਟ ਬਿਰਧ ਪਿਓ ਤੇ ਬੁੜੀ ਹੋਈ ਵਿਧਵਾ ਭੂਆ ਬਾਰੇ ਤਾਂ 2 ਸਤਰਾਂ ਲਿਖ ਦਿੰਦਾ। ਉਹ ਤਾਂ ਸਾਂਝੇ ਸਨ। ਟੱਬਰ ਦੀ ਸਾਂਝ ਉਹਨਾਂ ਸਦਕਾ ਹੀ ਤਾਂ ਬਣੀ ਹੋਈ ਸੀ। ਖਾਨਦਾਨ ਦੀ ਜਾਇਦਾਦ ਦਾ ਕੋਈ ਬਾਕਾਇਦਾ ਵੰਡ ਵੰਡਾਰਾ ਤਾਂ ਨਹੀਂ ਸੀ ਹੋਇਆ। ਹੋਰ ਨਾ ਸੀ। ਹਿੰਦੂ ਸੰਯੁਕਤ ਪਰਿਵਾਰ ਦੀ ਮਾਣ ਮਰਿਆਦਾ ਦਾ ਉਹਨੂੰ ਕੁਝ ਪਾਸ ਹੋਣਾ ਚਾਹੀਦਾ। ਹਰੇਕ ਟੱਬਰ ਦੇ ਕੁਝ ਤੌਰ ਤਰੀਕੇ, ਕੋਈ ਸੰਸਕਾਰ ਤਾਂ ਹੁੰਦੇ ਹੀ ਨੇ। ਫਿਰ ਉੱਪਰੋਂ ਹਾਲਾਤ ਤਾਂ ਦੇਖੋ ਕੀ ਨੇ। ਉਹ ਮੱਥਾ ਫੜ ਕੇ ਬੈਠ ਗਿਆ ਤੇ ਡੂੰਘੀ ਸੋਚ ਵਿੱਚ ਗੁਆਚ ਗਿਆ। ਹਾਲਾਤ। ਕੁਝ ਚਿਰ ਪਿੱਛੋਂ ਬੁੜਬੁੜਾਇਆ। ਆਪਣੇ ਬੁੱਲ੍ਹਾਂ 'ਤੇ ਆਈ ਸਿਕਰੀ ਉੱਤੇ ਉਹਨੇ ਜੀਭ ਫੇਰੀ। ਸਿਰ ਤੇ ਉਸ ਗੰਜੇ ਭਾਗ ਉੱਤੇ ਹੱਥ ਫੇਰਿਆ ਜਿਸ ਹੇਠਾਂ ਉਹਦੀ ਅਕਲ ਦੁਬਕੀ ਬੈਠੀ ਸੀ। ਉਂਝ ਮੱਥੇ ਤੇ ਉਸ ਭਾਗ ਵਿੱਚ ਹੁਣ ਕੋਈ ਫਰਕ ਨਹੀਂ ਸੀ ਰਹਿ ਗਿਆ। ਦੇਖਣ ਵਾਲੇ ਨਿਰਖੀ ਬੰਦੇ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਉਹ ਮੱਥਾ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਸਿਰ ਕਿੱਥੇ ਖਤਮ। ਸ਼ੀਸ਼ੇ ਮੂਹਰੇ ਖੜਿਆ ਉਹਨੂੰ ਵੀ ਕਈ ਵਾਰਾਂ ਅਜਿਹਾ ਅਹਿਸਾਸ ਹੋਇਆ ਸੀ, ਪਰ ਹੁਣ ਉਹ ਅਹਿਸਾਸ ਪਤਾ ਨਹੀਂ ਕਿੱਥੇ ਮਰ ਮੁੱਕ ਗਿਆ ਸੀ। ਗਰਦਨ ਉਹਦੀ ਮੋਟੀ ਹੋ ਗਈ ਸੀ, ਟਾਈਆਂ ਤੰਗ, ਢਿੱਡ ਰੱਜੇ ਹੋਏ ਸੂਰ ਵਾਂਗ ਫੁੱਲ ਗਿਆ ਸੀ, ਟੰਗਾਂ ਭਾਰ ਚੁੱਕਣੋਂ ਅਸਮਰਥ। ਪਰ ਗੁਆਚੇ ਅਹਿਸਾਸ ਨੇ ਇਹ ਦੱਸਣ ਥੋੜ੍ਹੋ ਆਉਣਾ ਸੀ। ਉਹਦੇ ਕੋਲ ਗੱਡੀ ਜੋ ਹੈ ਸੀ, ਸ਼ੈਵਰਲੈਟ। ਕੋਠੀ ਸੀ 4 ਕਨਾਲ ਦੀ, 4 ਬੈਡਰੂਮ, ਚਾਰੇ ਗੱਦਿਆਂ ਨਾਲ ਤੁੰਨੇ ਹੋਏ, ਐਨ ਉਹਦੇ ਢਿੱਡ ਵਾਂਗ। ਅਜਿਹੇ ਹਾਲਾਤ ਵਿੱਚ ਅਕਲ ਦੁਬਕੇ ਨਾ ਤਾਂ ਹੋਰ ਕੀ ਕਰੇ। ਚਾਰੇ ਪਾਸਿਓਂ ਤਾਂ ਉਹ ਤੂੜਿਆ ਪਿਆ ਸੀ। ਜਿੱਧਰ ਦੇਖੋ ਕੂੜ ਕਬਾੜ, ਇੱਕ ਪਾਸੇ ਧਨ ਦਾ, ਦੂਜੇ ਪਾਸੇ ਮਨ ਦਾ, ਤੀਵੀਂ ਦਾ ਅੱਡ ਖਲਾਰਾ। ਕਾਲੀ ਕਿਨਾਰੀ ਵਾਲੀ ਚਿੱਟੀ ਸਾੜੀ ਪਾਈ ਉਹ ਪਲੰਗ ਉੱਤੇ ਇੰਝ ਲੇਟਦੀ ਜਿਵੇਂ ਉੱਠਣਾ ਹੀ ਨਾ ਹੋਵੇ। ਉੱਠਣ ਜੋਗੀ ਰਹੀ ਹੋਵੇ ਤਾਂ ਉੱਠੇ। ਖਾ ਲਿਆ ਸੌਂ ਗਈ, ਪੈ ਗਈ ਸੌਂ ਗਈ। ਕੁਝ ਪਤਾ ਹੀ ਨਹੀਂ ਸੀ ਲੱਗਦਾ। ਹਾਂ ਸੱਚ, ਲੱਗਦਾ ਸੀ ਉਦੋਂ ਜਦੋਂ ਹਾਏ ਹਾਏ ਕਰਦੀ, ਬੁੜਬੁੜ ਕਰਦੀ ਜਾਂ ਨੌਕਰਾਂ ਨੂੰ ਝਿੜਕਾਂ ਦਿੰਦੀ। ਆਥਣ ਸਵੇਰ ਉਹਨੂੰ ਉਦੋਂ ਸੁੱਖ ਦਾ ਸਾਹ ਆਉਂਦਾ ਜਦੋਂ ਪਾਠ ਪੂਜਾ 'ਚ ਲੀਨ ਹੁੰਦੀ। ਨਹੀਂ ਤਾਂ ਸਾਹਮਣੇ ਨਿੱਸਲ ਪਈ, ਉਹ ਤੋਂ ਜਰੀ ਨਹੀਂ ਸੀ ਜਾਂਦੀ। ਸਾਹਮਣੇ ਪਈ ਦੇਖ ਕੇ ਅੱਖਾਂ ਥੋੜ੍ਹੇ ਮੁੰਦ ਹੁੰਦੀਆਂ ਨੇ, ਸੱਚਾਈ ਤਾਂ ਅੱਖਾਂ ਮਿਟਿਆਂ ਵੀ ਦਿਸੀ ਜਾਂਦੀ ਹੈ। ਹਾਲਾਤ। ਉਹਦੇ ਮੋਟੇ ਤੇ ਸੁੱਕੇ ਬੁੱਲ੍ਹ ਥਿਰਕੇ ਤੇ ਕੰਬੇ। ਦੇਖੋ ਇਹ ਕਰਦਾ ਕੀ ਹੈ। ਅਖੇ ਤੈਨੂੰ ਤਾਂ ਮਾਲੂਮ ਹੀ ਹੈ। ਆਹੋ ਮਾਲੂਮ ਹੈ। ਮਾਲੂਮ ਨੂੰ ਮੈਂ ਨਿਆਣਾ ਦੁੱਧ ਚੁੰਗਦਾ। ਚੰਡੀਗੜ੍ਹ ਰਹਿਣਾ ਹੈ। ਆਹੋ ਰਹਿਣਾ ਚੰਡੀਗੜ੍ਹ। ਕੱਢਣਾ ਮੈਨੂੰ ਇੱਥੋਂ। ਹੱਦ ਹੋ ਗਈ ਬਈ, ਹਮਾਕਤ ਵਾਲੀ। ਵੀ ਤੁਸੀਂ ਸਿੱਧੀ ਤਰ੍ਹਾਂ ਗੱਲ ਕਰੋ। ਜਦੋਂ ਕਰਨਗੇ ਵੱਢਵੀਂ ਕਰਨਗੇ। ਹੌਲੀ ਹੌਲੀ ਪੋਰੀਰੀਆਂ ਕਰਕੇ ਸੂਲਾਂ 'ਚ ਪਾਉਣਗੇ ਵਿੱਚ ਦੀ ਗੱਲਾਂ ਕਰਕੇ।
ਤੁਸੀਂ ਇਹਦਾ ਮਤਲਬ ਕੱਢੋ, ਚੰਡੀਗੜ੍ਹ ਰਹਿੰਦਾ ਹੈ। ਪਤਾ ਕੀ ਕਹਿੰਦਾ? ਕਹਿੰਦਾ ਤੂੰ ਸੇਫ ਹੈ, ਸੁਰੱਖਿਅਤ ਹੈ, ਖਾਂਦਾ ਪੀਂਦਾ ਅਤੇ ਸੌਖਾ ਅਤੇ ਖਤਰੇ ਤੋਂ ਬਾਹਰ। ਕੋਈ ਉਹ ਤੋਂ ਪੁੱਛੇ ਮੈਂ ਪੈਰਿਸ ਬੈਠਾ ਕਿ ਮਾਸਕੋ? ਚੰਡੀਗੜ੍ਹ ਲਾਈ ਹੈ, 2 ਮਿੰਟ ਦੀ ਮਾਰ ਨਹੀਂ ਚੰਡੀਗੜ੍ਹ। ਉੱਤੋਂ ਪਤਾ ਕੀ ਲਿਖਦਾ ਹੈ ਉਹ ਉਧਰ ਖਤਰੇ ਵਾਲੀ ਕੋਈ ਬਾਤ ਨਹੀਂ। ਬਈ ਜੇ ਖਤਰੇ ਵਾਲੀ ਕੋਈ ਬਾਤ ਨਹੀਂ ਤਾਂ ਫਿਰ ਕੋਈ ਬਾਤ ਨਹੀਂ। ਲਿਖਦਾ ਕਾਹਨੂੰ ਹੈ? ਬਾਤ ਤਾਂ ਹੈ, ਸਤ ਪ੍ਰਕਾਸ਼ ਬਾਤ ਹੈ। ਫਿਰ ਤੈਨੂੰ ਤਾਂ ਮਾਲੂਮ ਹੀ ਹੈ। ਮੈਨੂੰ ਇਕੱਲੇ ਨੂੰ ਮਾਲੂਮ ਹੈ। ਸਾਰੀ ਦੁਨੀਆ ਜਾਣਦੀ ਹੈ ਵੀ ਪੰਜਾਬ ਦੇ ਹਾਲਾਤ ਠੀਕ ਨਹੀਂ। ਤੂੰ ਕਹਿਣਾ ਕੀ ਚਾਹੁੰਦਾ? ਸਤ ਪ੍ਰਕਾਸ਼, ਹਾਲਾਤ, ਖਤਰਾ। ਉਹ ਤੋਂ ਕੁਛ ਉੱਚੀ ਬੁੜਬੁੜਾਇਆ ਗਿਆ ਅਤੇ ਫਿਰ ਉਹਦਾ ਸਾਹ ਫੁੱਲ ਕੇ ਘੁੱਟਣ ਲੱਗ ਪਿਆ। ਉਹ ਲੱਤਾਂ ਨਿਸਾਲ ਕੇ ਆਰਾਮ ਕੁਰਸੀ 'ਚ ਢਾਸਣਾ ਲਾ ਕੇ ਪੈਣ ਵਾਂਗ ਬੈਠ ਗਿਆ। ਮੋਤੀ ਰਾਮ ਉਹਦੇ ਨੌਕਰ ਨੂੰ ਪਤਾ ਸੀ ਕਿ ਜਦੋਂ ਉਹਦੇ ਸਾਹਬ ਨੂੰ ਦੌਰਾ ਪੈਂਦਾ ਸੀ ਤਾਂ ਇੱਦਾਂ ਹੀ ਪੈਂਦਾ ਸੀ। ਡਾਕਟਰ ਨੇ ਇੱਕ ਅਜੀਬ ਜਿਹੀ ਬਿਮਾਰੀ ਦਾ ਨਾਂ ਲਿਆ ਸੀ। ਕੀ ਕਹਿੰਦੇ ਨੇ ਉਹਨੂੰ? ਹਾਈਪਰ ਟੈਂਸ਼ਨ। ਇਹ ਕੀ ਬਿਮਾਰੀ ਹੋਈ ਸਾਲੀ? ਜਿਵੇਂ ਹਾਪੜ ਸਟੇਸ਼ਨ ਹੋਵੇ। ਉਹਨੇ ਕਈ ਵਾਰ ਸੋਚਿਆ ਸੀ ਅਤੇ ਕਈ ਵਾਰ ਡਰਦਿਆਂ ਝਿਜਕਦਿਆਂ ਮੋਹ ਦੇ ਮਾਰੇ ਨੇ ਕਿਹਾ ਵੀ ਬੀਬੀ ਜੀ, ਸਾਹਿਬ ਜੀ ਨੂੰ ਗਲਤ ਬਿਮਾਰੀ ਲੱਗ ਗਈ। ਅੱਗੋਂ ਬੀਬੀ ਖੱਟਾ ਡਕਾਰ ਲੈ ਕੇ ਹੱਸਦਿਆਂ ਬੋਲੀ ਸੀ, ਤੇਰਾ ਸਾਹਿਬ ਕਿਹੜਾ ਸਹੀ ਆਦਮੀ ਹੈ। ਇਉਂ ਬੀਬੀ ਦੂਜੀ ਵਾਰ ਹੱਸੀ ਸੀ। ਪਹਿਲੀ ਵਾਰ ਕਦੋਂ ਹੱਸੀ ਸੀ ਉਹਨੂੰ ਯਾਦ ਨਹੀਂ ਸੀ ਆ ਰਿਹਾ। ਇੰਨਾ ਯਾਦ ਸੀ ਕਿ ਇਸ ਚੰਦਰੀ ਬਿਮਾਰੀ 'ਚ ਸਾਹਿਬ ਚੁੱਪ ਹੋ ਜਾਂਦਾ ਸੀ ਅਤੇ ਜਾਂ ਫਿਰ ਆਪੇ ਬੋਲੀ ਜਾਂਦਾ ਸੀ। ਅਤੇ ਹੁਣ ਉਹ ਬੋਲ ਰਿਹਾ ਸੀ ਉੱਚੀ ਉੱਚੀ ਬੁੜਬੁੜਾ ਕੇ। ਉਹਨੂੰ ਬੁੜਬੁੜਾਉਂਦੇ ਨੂੰ ਸੁਣ ਕੇ ਉਹ ਭੱਜਿਆ ਆਇਆ, ਹਫਿਆ ਹੋਇਆ ਅੰਦਰ ਆ ਕੇ ਬੋਲਿਆ, ਕੀ ਗੱਲ ਹੋ ਗਈ ਸਾਹਿਬ? ਕੋਈ ਬਾਤ ਨਹੀਂ। ਉਹਨੇ ਪਰੇਸ਼ਾਨੀ ਭਰੇ ਰੋਹਬ ਨਾਲ ਮੋਤੀ ਰਾਮ ਨੂੰ ਬਾਹਰ ਚਲੇ ਜਾਣ ਦਾ ਇਸ਼ਾਰਾ ਕਰਦਿਆਂ ਕਿਹਾ। ਮੋਤੀ ਰਾਮ ਮੁੜਦੇ ਪੈਰੀਂ ਦਰਵਾਜ਼ਾ ਲੰਘਣ ਲੱਗਿਆ ਤਾਂ ਉਹਨੇ ਆਵਾਜ਼ ਮਾਰ ਕੇ ਬੁਲਾ ਲਿਆ। ਮੋਤੀ ਰਾਮ ਬੌਂਦਲਿਆ ਜਿਹਾ ਮੁੜਿਆ, ਖੱਬੇ ਪੈਰ ਦੀ ਅੱਡੀ ਨੂੰ ਸੱਜੇ ਪੈਰ ਦੇ ਪੰਜੇ ਨਾਲ ਖਾਜ ਕਰਦਾ ਬੋਲਿਆ, ਜੀ ਸਾਹਿਬ। ਮੋਤੀ ਰਾਮ ਨੂੰ ਇੰਝ ਅਧੀਨਗੀ, ਵਿਚਾਰਗੀ ਅਤੇ ਭੈ 'ਚ ਗ੍ਰਸਤ ਮਾਸੂਮਾਂ ਵਾਂਗ ਹੱਥ ਜੋੜ ਕੇ ਖੜ੍ਹੇ ਅਤੇ ਖੱਬੇ ਅੱਡੀ ਉੱਤੇ ਕੰਬਦੇ ਦੂਜੇ ਪੈਰ ਦੇ ਪੰਜੇ ਨੂੰ ਦੇਖ ਕੇ ਉਹਨੂੰ ਖਾਸ ਕਿਸਮ ਦੀ ਤਸੱਲੀ ਅਤੇ ਰਾਹਤ ਮਹਿਸੂਸ ਹੋਈ। ਉਹਨੂੰ ਆਪਣਾ ਡੱਬੂ ਕੁੱਤਾ ਯਾਦ ਆ ਗਿਆ। ਕਿਵੇਂ ਉਹ ਪੂਛ ਮਾਰਦਾ, ਉਹਦੇ ਪੈਰਾਂ 'ਚ ਲੋਟ ਪੋਟਣੀਆਂ ਖਾਂਦਾ ਅਤੇ ਪਿਆਰ ਲੈਂਦਾ ਸੀ। ਉਹਦੇ ਹੱਥ ਚੱਟਦਾ, ਪੈਰ ਸੁੰਘਦਾ, ਲੱਤਾਂ ਨੂੰ ਚਿੰਬੜ ਜਾਂਦਾ ਸੀ। ਉਦੋਂ ਵੀ ਉਹਨੂੰ ਇਸੇ ਤਰ੍ਹਾਂ ਦਾ ਸੁੱਖ ਮਿਲਦਾ ਸੀ। ਅਤੇ ਡੱਬੂ ਪਿਛਲੇ ਮਹੀਨੇ ਪਾਉ ਪੈ ਕੇ ਮਰ ਗਿਆ ਸੀ। ਅਣਗਹਿਲੀ ਉਸੇ ਤੋਂ ਹੋਈ। ਵੇਲੇ ਸਿਰ ਇਲਾਜ ਕਰਾਉਂਦਾ ਤਾਂ ਸ਼ਾਇਦ ਬਚ ਜਾਂਦਾ। ਉਹ ਇੱਕ ਕੁੱਤਾ ਹੋਰ ਜ਼ਰੂਰ ਲਏਗਾ ਜੋ ਕੂਲਾ ਅਤੇ ਵਫਾਦਾਰ ਹੋਏ। ਉਹਨੇ ਤਾਂ ਮਿੱਤਲ ਨੂੰ ਅਜਿਹਾ ਕੁੱਤਾ ਲੈ ਕੇ ਦੇਣ ਦੀ ਸਿਫਾਰਿਸ਼ ਡੱਬੂ ਦੇ ਮਰਨ 'ਤੇ ਹੀ ਕਰਤੀ ਸੀ। ਉਹ ਤਾਂ ਬਸ ਇੱਕੋ ਗੱਲ ਦਾ ਕਾਇਲ ਸੀ ਕਿ ਨੌਕਰ ਅਤੇ ਕੁੱਤਾ ਉਹਦਾ ਭੈ ਮੰਨਣ। ਦਾਬਾ ਮਨੁੱਖ ਦੇ ਆਤੰਕ ਦਾ ਹਥਿਆਰ ਹੁੰਦਾ ਹੈ। ਬਸ ਦਾਬਾ ਮੰਨਣ ਅਤੇ ਆਨੰਦ ਲੈਣ। ਮੋਤੀ ਰਾਮ ਅਜੇ ਵੀ ਉਸੇ ਮੁਦਰਾ 'ਚ ਖੜ੍ਹਾ ਸੀ। ਉਹਦੇ ਅੰਗੂਠੇ ਹੇਠਾਂ ਕਿੰਨੇ ਅਜੀਬ ਰਿਸ਼ਤੇ ਨੇ, ਕਿਹੋ ਜਿਹੀ ਸਾਂਝ। ਪਿੰਡ, ਤਾਰਾ ਲਫੈਂਡ, ਸਤ ਪ੍ਰਕਾਸ਼ ਉਹਦਾ ਬਿਰਧ ਪਿਓ, ਬੁੜੀ ਭੂਆ, ਲਾਜਵੰਤੀ ਉਹਦੀ ਘਰ ਵਾਲੀ, ਵਿਲਾਇਤ ਜਾ ਵਸੇ ਉਹਦੇ ਦੋਵੇਂ ਮੁੰਡੇ, ਗੋਰੀ ਨੂੰਹ, ਮੋਤੀ ਰਾਮ, ਡੱਬੂ ਕੁੱਤਾ। ਉਹ ਮੁਸਕਰਾਇਆ। ਮੋਤੀ ਰਾਮ ਉਵੇਂ ਖੜ੍ਹਾ ਸੀ। ਉਹਨੂੰ ਸਵਾਦ ਆ ਰਿਹਾ ਸੀ। ਅਤੇ ਫਿਰ ਦੌਰੇ ਦੀ ਹਾਲਤ। ਸਾਲੇ ਦਰਬਾਰ ਲਾਉਣ ਦੇ ਰਾਜੇ ਹੁਕਮ ਅਦੂਲੀ ਵਾਲਿਆਂ ਨੂੰ ਕਹਿੰਦੇ ਨੇ, ਮਨਾਓ, ਸਮਝਾਓ, ਬੁਝਾਓ। ਹੈਂ ਜੀ? ਮੋਤੀ ਰਾਮ ਨੇ ਉਹਦਾ ਧਿਆਨ ਖਿੱਚਿਆ। ਹਾਂ ਮੋਤੀ ਰਾਮ, ਜਾਓ, ਪਾਣੀ ਦਾ ਜੱਗ ਭਰ ਕੇ ਲੈ ਆਓ। ਉਹਦੀ ਵਕਾਲਤ ਚੱਲੀ ਹੀ ਨਹੀਂ, ਸਗੋਂ ਚਮਕੀ ਹੋਈ ਸੀ। ਹੁਣ ਉਹ ਸ਼ਹਿਰ ਦੇ ਮੰਨੇ ਦੰਨੇ ਵਕੀਲਾਂ 'ਚ ਗਿਣਿਆ ਜਾਂਦਾ ਸੀ। ਕੋਠੀ ਉਹਦੀ ਅਸਾਮੀਆਂ ਨਾਲ ਭਰੀ ਰਹਿੰਦੀ। ਪਿੰਡਾਂ ਦੇ ਲੋਕ ਪੋਚਵੀਆਂ ਅਤੇ ਅਗੜ ਦੁਗੜੀਆਂ ਪੱਗਾਂ ਬੰਨ੍ਹੀ ਕੋਠੀ ਦੇ ਲੌਨ 'ਚ ਰੱਖੀਆਂ ਕੁਰਸੀਆਂ ਅਤੇ ਬੈਂਚਾਂ ਉੱਤੇ ਆਥਣ ਸਵੇਰ ਘੰਟਿਆਂ ਬੱਧੀ ਬੈਠੇ ਰਹਿੰਦੇ। ਉਹਨੂੰ ਸਿਰ ਖੁਰਕਣ ਦੀ ਵੇਲ ਨਹੀਂ ਸੀ। ਸਹਾਇਕ ਵਕੀਲ ਕੇਸ ਤਿਆਰ ਕਰਦੇ ਅਤੇ ਪੇਸ਼ੀ ਵਾਲੇ ਦਿਨ ਉਹ ਕਾਰ 'ਚ ਜਾਂਦਾ ਫਾਈਲ 'ਤੇ ਨਜ਼ਰ ਮਾਰਦਾ ਅਤੇ ਗੜਕੇ ਨਾਲ ਕੇਸ ਲੜਦਾ, ਜਿੱਤਦਾ ਵੀ ਬਹੁਤੀ ਵਾਰ। ਸਾਰੇ ਕਹਿੰਦੇ ਸਨ ਉਹਦੇ ਹੱਥ ਜੱਸ ਹੈ, ਮੂੰਹ ਮੰਗੇ ਪੈਸੇ ਦਿਓ ਅਤੇ ਕੇਸ ਆਪਣੇ ਹੱਕ 'ਚ ਕਰਾ ਲਓ। ਹੋਰ ਵਕੀਲਾਂ 'ਚ ਬੈਠਿਆਂ ਉਹ ਅਕਸਰ ਫੜ ਮਾਰਨੋਂ ਨਹੀਂ ਸੀ ਟਲਦਾ। ਮੈਂ ਤਾਂ ਫਾਈਲ ਸੁੰਘ ਕੇ ਦੱਸ ਸਕਦਾ ਵੀ ਇਹਦੇ 'ਚ ਕੀ ਹੈ। ਇਹ ਵੀ ਸੱਚ ਹੈ ਕਿ ਜਿੱਥੇ ਉਹਦੇ ਪ੍ਰਸ਼ੰਸਕ ਸਨ ਉੱਥੇ ਵਿਰੋਧੀ ਵੀ ਬੜੇ ਸਨ। ਉਹ ਕਹਿੰਦੇ ਸਨ ਕਿ ਉਹ ਜੱਜਾਂ ਨਾਲ ਬਣਾ ਕੇ ਰੱਖਦਾ ਹੈ ਅਤੇ ਨਿੱਜੀ ਰਸੂਖ ਵਰਤ ਕੇ ਕੇਸ ਜਿੱਤ ਲੈਂਦਾ ਹੈ। ਉਹਦੇ ਪ੍ਰਸ਼ੰਸਕਾਂ 'ਚੋਂ ਇੱਕ ਸੀ ਮਿੱਤਲ, ਡੀ ਮਿੱਤਲ। ਉਹਦਾ ਸਾਥੀ ਵਕੀਲ। ਪਿਛਲੇ 5-6 ਸਾਲਾਂ ਤੋਂ ਦੋਵੇਂ ਇਕੱਠੇ ਘੁੰਮਦੇ ਫਿਰਦੇ, ਬੈਠਦੇ, ਖਾਂਦੇ ਪੀਂਦੇ, ਇੱਕ ਦੂਜੇ ਦੀ ਕਦਰ ਕਰਦੇ ਸਨ। ਸੁਭਾਵਕ ਹੈ ਹੋਰਨਾਂ ਵਕੀਲਾਂ ਦੀਆਂ ਅੱਖਾਂ 'ਚ ਰੜਕਦੇ ਵੀ ਸਨ। ਇਹ ਰੜਕ ਉਹ ਆਥਣੇ ਦਾਰੂ ਦੀਆਂ ਘੁੱਟਾਂ
ਵਿੱਚ ਘੋਲ ਕੇ ਪੀ ਜਾਂਦੇ ਤੇ ਸਵੇਰੇ ਟਹਿਕਦੇ ਮਹਿਕਦੇ ਕਚਹਿਰੀ 'ਚ ਜਾ ਗੱਜਦੇ। ਪਿਛਲੇ ਦਿਨਾਂ 'ਚੋਂ ਮਨੋਂ ਮਨੀ ਕੁਝ ਦੂਰ ਵੀ ਹੋਏ, ਪਰ ਇੱਕ ਦੂਜੇ ਦੀ ਲੋੜ ਉਹਨਾਂ ਨੂੰ ਜੁਦਾ ਨਹੀਂ ਸੀ ਹੋਣ ਦਿੰਦੀ। ਲੋੜ 'ਚੋਂ ਸਾਂਝ ਪੈਦਾ ਹੁੰਦੀ ਹੈ ਨਾ, ਇਸ ਨਾਲ ਸਾਂਝ ਪੈਦਾ ਹੀ ਨਹੀਂ ਹੁੰਦੀ, ਬਣੀ ਵੀ ਰਹਿੰਦੀ ਹੈ। ਉਹਨੂੰ ਮਿੱਤਲ ਦੀ ਲੋੜ ਸੀ, ਉਹਦੇ ਨਾਲ ਦੁੱਖ ਸੁੱਖ ਕਰਦਾ ਸੀ, ਠੁੰਮਣਾ ਦਿੰਦਾ ਸੀ, ਨੁਕਤੇ ਦੱਸਦਾ ਸੀ, ਧੰਦੇ ਦੇ ਨੁਕਤੇ। ਉਹਦੇ ਇੱਕ ਨੁਕਤੇ ਨੇ ਉਹਦਾ ਧੰਦਾ ਚਮਕਾ ਦਿੱਤਾ ਸੀ। ਉਸ ਕਿਹਾ ਸੀ, ਬੈਕਟਰ ਸਿਆਣਾ ਬਣ, ਫੌਜਦਾਰੀ ਦੇ ਕੇਸ ਲੈ, ਪੰਜਾਬ ਦੇ ਹਾਲਾਤ ਭਵਿੱਖ ਵਿੱਚ ਕੀ ਮੋੜ ਕੱਟਣ ਵਾਲੇ ਨੇ, ਜ਼ਰਾ ਝਾਤੀ ਮਾਰ, ਬੁੱਝ ਤਾਂ ਸਹੀ। ਰੱਬ ਦਾ ਵਾਸਤਾ ਹੀ ਇਹ ਸੁਨਹਿਰੀ ਮੌਕਾ ਨਾ ਗੁਆ, ਤੇ ਇੱਕ ਦਿਨ ਅਜਿਹਾ ਆਊਗਾ ਕਿ ਤੂੰ ਅੱਤਵਾਦੀਆਂ ਦੀ ਅਖੌਤੀ ਸਿਆਸਤਦਾਨਾਂ ਦਾ ਸ਼ੁਕਰਗੁਜ਼ਾਰ ਹੋਵੇਂਗਾ। ਇਹ ਦੋਵੇਂ ਧਿਰਾਂ ਸਾਡੇ ਵਕੀਲਾਂ ਵਾਸਤੇ ਕੁਬੇਰ ਦਾ ਖਜ਼ਾਨਾ ਲੁਟਾ ਦੇਣਗੀਆਂ, ਤੇ ਭਵਿੱਖਬਾਣੀ ਸੱਚ ਹੋ ਨਿਬੜੀ ਸੀ। ਪੰਜਾਬ ਦੇ ਵਿਗੜੇ ਹਾਲਾਤ ਨੇ ਉਹਨਾਂ ਦੀ ਚਾਂਦੀ ਕਰਤੀ, ਨਹੀਂ ਤਾਂ ਕੀ ਰੱਖਿਆ ਪਿਆ ਸੀ ਦੀਵਾਨੀ ਦੇ ਕੇਸਾਂ 'ਚ। ਜੇ ਉਹ ਮਿੱਤਲ ਦੀ ਗੱਲ ਨਾ ਮੰਨਦਾ ਤਾਂ ਹੇਠਲੇ ਦਰਜੇ ਦੇ ਵਕੀਲਾਂ 'ਚ ਹੀ ਰਹਿ ਜਾਂਦਾ। ਪਰ ਸ਼ਾਮ ਤਾਂ ਗੁਜ਼ਾਰਨੀ ਸੀ, ਉਹ ਚੁੱਪ ਚੁਪੀਤਿਆਂ ਗੁਜ਼ਾਰਨੀ, ਉਹ ਵੀ ਇਕੱਲਿਆਂ। ਉਸ ਲਈ ਮੁਸ਼ਕਿਲ ਹੀ ਨਹੀਂ, ਦੁੱਬਰ ਜਾਪਦੀ ਸੀ। ਕੀ ਹੋਇਆ ਜੇ ਮਿੱਤਲ ਰੁੱਸ ਗਿਆ, ਮੈਂ ਆਪੇ ਮਨਾ ਲਾਂਗਾ। ਦੇਖਿਓ ਤਾਂ ਸਹੀ, ਉਹ 2 ਘੁੱਟਾਂ ਅੰਦਰ ਗਈਆਂ ਤਾਂ ਕਿਵੇਂ ਗਲੋਟੇ ਵਾਂਗੂ ਉੱਧੜਦਾ ਹੈ। ਦਾਰੂ ਦੇ ਦੌਰਾਂ 'ਚ ਰੁੱਸੇ ਦਾਰੂ ਦੇ ਦੌਰਾਂ ਵਿੱਚ ਹੀ ਮੰਨਦੇ ਨੇ। ਉਹਨੇ ਸੋਚਿਆ ਤੇ ਉਹ ਹਰ ਸ਼ਾਮ, ਆਮ ਤੌਰ 'ਤੇ ਹਰ ਸ਼ਾਮ ਇਕੱਠੇ ਹੁੰਦੇ, ਪੁਰਾਣੀਆਂ ਤਲਖੀਆਂ ਭੁੱਲਦੇ, ਨਵੀਆਂ ਵਿਹਾਜ ਕੇ ਵਿਛੜਦੇ। ਸਾਲਾ ਕਮੀਨਾ ਅਜੇ ਤੱਕ ਨਹੀਂ ਆਇਆ, ਉਸ ਉਬਾਸੀ ਲੈਂਦਿਆਂ ਕਿਹਾ। ਉਹ ਮਿੱਤਲ ਨੂੰ ਉਡੀਕ ਰਿਹਾ ਸੀ ਬੜੀ ਸ਼ਿੱਦਤ ਨਾਲ। ਜ਼ਿੰਦਗੀ ਚੰਗੀ ਭਲੀ ਬੀਤ ਰਹੀ ਸੀ, ਸਮੁੱਚੇ ਤੌਰ 'ਤੇ ਜੇ ਖੁਸ਼ ਨਹੀਂ ਤਾਂ ਉਹ ਸੰਤੁਸ਼ਟ ਜ਼ਰੂਰ ਸੀ। ਘਰੋਂ ਬਾਹਰੋਂ ਪੂਰੇ ਤੌਰ 'ਤੇ। ਬਸ ਵੀ ਗੋਚਾ ਸੀ ਤਾਂ ਮੁੰਡਿਆਂ ਦਾ। ਉਹਨਾਂ ਦੇ ਵਿਛੋੜੇ ਨਾਲ ਉਹਦੇ ਜੀਵਨ 'ਚ ਬੜਾ ਵੱਡਾ ਖੱਪਾ ਪੈ ਗਿਆ ਸੀ। ਉਹਨਾਂ ਦੇ ਵਤੀਰੇ ਨਾਲ ਉਹਨੂੰ ਧੱਕਾ ਵੀ ਬਹੁਤ ਲੱਗਿਆ। ਲੈ ਦੇ ਕੇ 2 ਤਾਂ ਉਹਦੇ ਮੁੰਡੇ ਸਨ, ਦੋਵੇਂ ਡਾਕਟਰ, ਦੋਵੇਂ ਬਾਹਰ ਵਲਾਇਤ 'ਚ ਨੌਕਰੀ ਕਰਦੇ ਸਨ। ਦੋਵਾਂ ਵਿੱਚ ਇੱਕ ਨੇ ਇੱਕ ਮੇਮ ਨਾਲ ਵਿਆਹ ਕਰਾ ਲਿਆ। ਉਹਨੂੰ ਤਾਂ ਵਿਆਹ ਤੋਂ ਕਈ ਮਹੀਨੇ ਪਿੱਛੋਂ ਚਿੱਠੀ ਰਾਹੀਂ ਸੂਚਨਾ ਦਿੱਤੀ ਸੀ ਉਹਨੇ। ਆਪਣੇ ਤਾਏ ਵਾਂਗ 4 ਸਤਰਾਂ ਲਿਖਦੀਆਂ, ਡੈਡ ਆਈ ਹੈਵ ਮੈਰਿਡ ਅ ਗਰਲ ਆਫ ਚੁਆਇਸ ਐਂਡ ਬਾਈ ਗॉड्स ग्रेस we are happy. Life is such here. ਤੇ ਦੂਜਾ ਕੁਆਰਾ ਆਪਣੇ ਜੀਵਨ ਬਾਰੇ ਕਿਸੇ ਨਾਲ ਸਲਾਹ ਮਸ਼ਵਰਾ ਤੱਕ ਨਹੀਂ ਸੀ ਕਰਦਾ। ਨਵਾਂ ਡਾਕਟਰ ਬਣਿਆ ਸੀ ਤੇ ਵਲੈਤ ਦੇ ਤੇ ਰੰਗ ਉਹਦੇ ਉੱਤੇ ਅਜੇ ਪੂਰਾ ਨਹੀਂ ਸੀ ਚੜਿਆ। ਪਤਾ ਨਹੀਂ ਕੀ ਕਰੇ। ਉਹਨੇ ਕਿਸੇ ਤੋਂ ਸਲਾਹ ਥੋੜ੍ਹਾ ਲੈਣੀ ਸੀ। ਆਪਣੀ ਮਰਜ਼ੀ ਦਾ ਮਾਲਕ। ਚਲੋ ਮੌਜਾਂ ਕਰਨਾ, ਉਹਨੇ ਹੌਕਾ ਲਿਆ। ਇਸੇ ਦੌਰਾਨ ਉਹਨੂੰ ਕਈ ਬਿਮਾਰੀਆਂ ਲੱਗੀਆਂ। ਉਹਦਾ ਜਿਗਰ ਵਧਿਆ, ਇੱਕ ਗੁਰਦਾ ਖਰਾਬ ਹੋਇਆ, ਸਾਹ ਦੀ ਬਿਮਾਰੀ ਲੱਗੀ, ਉੱਪਰੋਂ ਸਾਲੀ ਹਾਈਪਰ ਟੈਨਸ਼ਨ। ਇਹਨੂੰ ਤਣਾਅ ਨੇ ਆਦ ਬੁੱਝਿਆ। ਦੌਰੇ ਤੋਂ ਪਹਿਲਾਂ ਦੌਰ ਸ਼ੁਰੂ ਹੋ ਜਾਂਦਾ ਤਾਂ ਚੰਗਾ ਸੀ, ਕੁਝ ਤਾਂ ਬੇਚੈਨੀ ਨੂੰ ਠੱਲ ਪੈਂਦੀ। ਉਹ ਕੁਝ ਜ਼ਿਆਦਾ ਹੀ ਚਿੜਚਿੜਾ ਹੁੰਦਾ ਜਾ ਰਿਹਾ, ਵਹਿਮੀ ਤੇ ਕਰੋਧੀ, ਹਰ ਗੱਲ 'ਚ ਸ਼ੱਕ ਤੇ ਦਿਲ ਦੀ ਧੱਕ-ਧੱਕ, ਉੱਤੋਂ ਮਿੱਤਲ ਦੀ ਬੱਕ-ਬੱਕ। ਕੰਜਰ ਨਾ ਹੋਵੇ ਕਿਸੇ ਥਾਂ ਦਾ, ਉਹ ਖਿਝਿਆ। ਮਿੱਤਲ ਅਜੇ ਤੱਕ ਨਹੀਂ ਸੀ ਆਇਆ। ਉਡੀਕ ਹੋਰ ਨਹੀਂ ਉਡੀਕਿਆ ਜਾਂਦਾ। ਉਹ ਕਾਹਲਾ ਪੈ ਗਿਆ। ਦਿਨ ਆਖਰੀ ਸਾਹਾਂ ਉੱਤੇ ਸੀ। ਕੁਸਮੁਸਾ ਹਨੇਰੇ ਦੀ ਬੁੱਕਲ 'ਚ ਆਪਣੇ ਫੰਗ ਸਮੇਟ ਰਿਹਾ ਸੀ। ਉਹਨੇ ਥਕੇਵੇਂ ਭਰੀ ਉਬਾਸੀ ਲਈ। ਫਿਰ ਇੱਕ ਹੋਰ ਇਸ ਗੱਲ ਦਾ ਸੰਕੇਤ, ਹੇ ਥੱਕੇ ਟੁੱਟੇ ਤਲਖੀਆਂ ਤੇ ਵਿਗੋਚਿਆਂ ਦੇ ਮਾਰੇ ਇਨਸਾਨ, ਆਪਣਾ ਅਸਲੀ ਸਾਥੀ ਲੱਭ, ਰਲ ਬੈਠ, ਜਾਮ ਟਕਰਾ ਤੇ 2 ਘੜੀਆਂ ਆਪਣੀਆਂ ਜੀ। ਤੇਰੇ ਅੰਦਰਲਾ ਸ਼ੋਰ ਕੁਝ ਦੱਬੇ, ਮੱਠਾ ਪਵੇ। ਇਸ ਨਾਸ਼ਵਾਨ ਸੰਸਾਰ ਦੇ ਝਮੇਲੇ ਤਾਂ ਇੰਝ ਹੀ ਰਹਿਣਗੇ। ਜੇ ਕੋਈ ਇਸ ਵੇਲੇ ਉਹਦੇ ਚਿਹਰੇ ਵੱਲ ਗੌਰ ਨਾਲ ਵੇਖਦਾ ਤਾਂ ਉਹਨੂੰ ਇਹ ਦੁਨੀਆ ਸੱਚਮੁੱਚ ਨਾਸ਼ਵਾਨ ਜਾਪਦੀ। ਉਹ ਰਿਟਾਇਰਿੰਗ ਰੂਮ 'ਚ ਆ ਗਿਆ। ਪਾਣੀ ਦਾ ਜੱਗ ਤੇ 2 ਗਲਾਸ ਉੱਥੇ ਪਏ ਸਨ। ਉਹਨੇ ਵਿਸਕੀ ਦੇ 2 ਪੈਗ ਬਣਾਏ, ਇੱਕ ਆਪਣੇ ਲਈ ਤੇ ਦੂਜਾ ਮਿੱਤਲ ਵਾਸਤੇ। ਉਹ ਸਾਹ ਲੈਣ ਜਿੰਨਾ ਸਮਾਂ ਮਸਾਂ ਰੁਕਿਆ, ਫਿਰ ਪੈਗ ਵੱਲ ਝਾਕਿਆ। ਇੱਕ ਅਜੀਬ ਦਹਿਸ਼ਤ ਉਹਦੀਆਂ ਅੱਖਾਂ 'ਚ ਤਾਰੀ ਹੋਈ। ਇੱਕੋ ਝਟਕੇ ਨਾਲ ਉਹਨੇ ਪੈਗ ਚੁੱਕਿਆ, ਸਿਰ ਤੋਂ ਉੱਪਰ ਕਰਕੇ ਨਾਅਰਾ ਬੁਲੰਦ ਕੀਤਾ, ਸਿਆਸਤਦਾਨਾਂ ਦੇ ਨਾਂ, ਤੇ ਗਟ-ਗਟ ਕਰਕੇ ਅੰਦਰ ਸੁੱਟ ਲਿਆ। ਪਹਿਲਾਂ ਵਾਂਗ ਚੁਸਕੀਆਂ ਲੈ ਕੇ ਪੀਣ ਦੀ ਵਿਹਲ ਹੁਣ ਕਿੱਥੇ ਰਹਿ ਗਈ ਸੀ। ਇਹ ਵਿਹਲੇ ਵੇਲੇ ਦੀਆਂ ਗੱਲਾਂ ਸਨ ਜੋ ਸ਼ਾਇਰਾਂ ਕੋਲ ਰਹਿ ਗਈਆਂ ਜਾਂ ਫਿਰ ਮਾਨਸਿਕ ਰੋਗੀਆਂ ਕੋਲ। ਸਾਈਕਿਕ ਕੇਸਿਸ, ਉਹ ਬੁੜਬੁੜਾਇਆ। ਮਿੱਤਲ ਅਜੇ ਤੱਕ ਨਹੀਂ ਸੀ ਆਇਆ। ਉਹ ਬਾਹਰ ਵੱਲ ਝਾਕਿਆ। ਸਹਾਇਕ ਵਕੀਲ ਕੇਸ ਤਿਆਰ ਕਰਨ 'ਚ ਰੁੱਝੇ ਸਨ। ਸਾਇਲ ਜਾ ਚੁੱਕੇ ਸਨ। ਘਰ 'ਚ ਨੌਕਰ ਚੀਜ਼ਾਂ ਵਸਤਾਂ ਸੰਭਾਲਦੇ ਫਿਰ ਰਹੇ ਸਨ। ਰਸੋਈ 'ਚ ਸਬਜ਼ੀਆਂ, ਤੜਕਣ ਤੇ ਮਸਾਲਿਆਂ ਦੇ ਰਿੱਝਣ ਦੀ ਬੂ ਆ ਰਹੀ ਸੀ। ਉਂਝ ਉਹਨੇ ਸੂਪ ਪੀਣਾ ਸੀ, ਉਬਲੀ ਹੋਈ ਸਬਜ਼ੀ ਦੇ 2-4 ਚਮਚੇ ਖਾਣੇ ਸੀ। ਉਹਦੇ ਨਿੱਜੀ ਡਾਕਟਰ ਨੇ ਇਹੋ ਰਾਏ ਦਿੱਤੀ ਸੀ।
ਉਹਨੂੰ ਆਪਣੇ ਆਪ ਤੋਂ ਘਿਰਨਾ ਜੀ ਆਈ। ਬਾਹਰੋਂ ਬੈਠਕ ਵਿੱਚੋਂ ਕਿਸੇ ਦੇ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸ਼ਾਇਦ ਉਹਨਾਂ ਦੀ ਗੁਆਂਢਣ ਅਜੀਬ ਔਰਤ ਸੀ। ਇਉਂ ਬੋਲ ਰਹੀ ਸੀ ਜਿਵੇਂ ਕੁਸ਼ਤੀ ਲੜ ਰਹੀ ਹੋਵੇ। ਉਹਨੇ ਕੰਨ ਲਾ ਕੇ ਸੁਣਿਆ। ਉਹ ਲਾਜਵੰਤੀ ਨੂੰ ਕਹਿ ਰਹੀ ਸੀ, ਭੈਣਾ, ਪੁੰਨ ਪਾਪ ਦਾ ਫਲ ਇੱਥੇ ਹੀ ਮਿਲਦਾ ਹੈ। ਤੁਸਾਂ ਦੇ 2 ਛੋਰ, ਦੋਵੇਂ ਵਲੈਤ ਤੇ ਸਵਰਗ ਏ ਸਵਰਗ। ਤੁਸਾਂ ਵੀ ਚੱਕਰ ਲਗਾ ਆਓ। ਲਿਖਿਆ ਤੇ ਹੋਸੀ ਉਹਨਾਂ ਵੀ ਆਵਣ ਲਈ। ਮੈਨੂੰ ਤੇ ਜਹਾਜ਼ ਦੀ ਆਵਾਜ਼ ਤੋਂ ਡਰ ਆਉਂਦਾ ਹੈ। ਸੁੱਖਾ ਲੱਧੀਏ ਵਸ ਗਏ ਜਿਹਦੇ 2 ਛੋਰ ਵਲੈਤ ਵਿੱਚ। ਅੱਗੋਂ ਲਾਜਵੰਤੀ ਖੀ ਕਰਕੇ ਹੱਸ ਪਈ। ਵਸ ਕਾਦੇ ਗਏ, ਗੋਰੀਆਂ ਰੰਨਾਂ ਦੇ ਵਸ ਪੈ ਗਏ। ਹੁਣ ਕਾਦੇ ਲਈ ਵਾਪਸ ਆਉਣਗੇ? ਵਾਪਸ ਆਉਣ ਨੂੰ ਹੈ ਵੀ ਕੀ ਇੱਥੇ? ਉੱਤੋਂ ਹਾਲਾਤ ਤਾਂ ਦੇਖੋ ਕੀ ਨੇ। ਪਿਛਲੇ ਸਾਲਾਂ 'ਚ ਕਿੰਨਾ ਕੁਝ ਵਾਪਰ ਗਿਆ। ਇਹ ਜਹਾਜ਼ ਵਰਗੀ ਕੋਠੀ, ਅਸੀਂ ਮੀਆਂ ਬੀਵੀ ਰੌਣਕਾਂ 'ਚ ਰਹਿੰਦੇ ਹੋਏ ਵੀ ਇਕੱਲੇ। ਇਹ ਸਾਰਾ ਡੰਬਰ ਕਿਸ ਕੰਮ, ਕਿਸ ਅਰਥ? ਸੋਚਦਾ ਉਦਾਸ ਹੋ ਗਿਆ। ਮਿੱਤਲ ਅਜੇ ਤੱਕ ਨਹੀਂ ਸੀ ਆਇਆ। ਉਹ ਭੁੱਖੇ ਬਘਿਆੜ ਵਾਂਗ ਪੈਗ ਵੱਲ ਝਾਕਿਆ। ਅੱਤਵਾਦੀਆਂ ਦੇ ਨਾਂ ਕਹਿ ਕੇ ਉਹਨੇ ਦੂਜਾ ਪੈਗ ਵੀ ਅੰਦਰ ਸੁੱਟ ਲਿਆ। ਪੰਜਾਬ ਦੇ ਹਾਲਾਤ, ਉਹਨੂੰ ਅਚਾਨਕ ਖਿਆਲ ਆਇਆ। ਸਤ ਪ੍ਰਕਾਸ਼ ਦੀ ਚਿੱਠੀ। ਗਲ ਪਾਈ ਰਾਸ ਸਿਲਕ ਦੇ ਕੁੜਤੇ ਦੀ ਵੱਖੀ ਵਾਲੀ ਜੇਬ 'ਚ ਉਹਨੇ ਹੱਥ ਮਾਰਿਆ। ਹੈ ਨਹੀਂ ਸੀ। ਉਹ ਅੰਗੜਾਈ ਲੈ ਕੇ ਹਿੰਮਤ ਨਾਲ ਉੱਠਿਆ। ਵਾਰਡਰੋਬ ਖੋਲ੍ਹਿਆ। ਅੰਦਰ ਪਏ ਕੋਟ ਤੇ ਪੈਂਟ ਦੀਆਂ ਜੇਬਾਂ ਫਰੋਲੀਆਂ, ਉੱਥੇ ਵੀ ਨਹੀਂ ਸੀ। ਕਿੱਧਰ ਗਈ ਚਿੱਠੀ? ਉਹਨੇ ਤਣਾਅ 'ਚ ਆਏ ਨੇ ਆਪਣੀ ਸੋਚ ਉੱਤੇ ਜ਼ੋਰ ਪਾਇਆ। ਮੁੜ ਕੁਰਸੀ 'ਤੇ ਆ ਬੈਠਾ। ਸੋਚਦਾ ਰਿਹਾ। ਉਹਦੇ ਹੱਥ ਥੋੜ੍ਹਾ ਜਿਹਾ ਕੰਬੇ। ਉਹ ਬੋਤਲ ਵੱਲ ਔ ਲਿਆ। ਹੁਣ ਤੀਜਾ ਪੈਗ ਉਹਦੇ ਹੱਥ ਦੀ ਇੱਕ ਜੁੰਬਸ਼ ਦੀ ਇੰਤਜ਼ਾਰ 'ਚ ਸੀ। ਮਿੱਤਲ ਅਜੇ ਤੱਕ ਨਹੀਂ ਸੀ ਆਇਆ। ਹੁਣ ਉਹਦੇ ਆਉਣ ਦੀ ਆਸ ਦਮ ਤੋੜ ਰਹੀ ਸੀ। ਬਾਸਟਰਡ, ਮਿੱਤਲ ਦੇ ਨਾਂ ਕਹਿੰਦਿਆਂ ਉਹਨੇ ਤੀਜਾ ਪੈਗ ਵੀ ਪੀ ਲਿਆ। ਪੀਣ ਦੇ ਕੁਝ ਪਲਾਂ ਪਿੱਛੋਂ ਹੀ ਉਹਨੂੰ ਅਹਿਸਾਸ ਹੋਇਆ ਜਿਵੇਂ ਉਹ ਇੱਕਦਮ ਤਰੋ ਤਾਜ਼ਾ ਹੋ ਗਿਆ ਹੋਵੇ, ਐਨ ਘੋੜੇ ਵਰਗਾ। ਹੁਣ ਤਣਾਅ ਵੀ ਨਹੀਂ ਸੀ ਰਿਹਾ। ਉਹਦੀ ਯਾਦ ਸ਼ਕਤੀ ਪਰਤ ਆਈ। ਸਾਈਡ ਦਾ ਦਰਾਜ਼ ਖੋਲ੍ਹਿਆ ਤਾਂ ਸਾਹਮਣੇ ਸਤ ਪ੍ਰਕਾਸ਼ ਦੀ ਚਿੱਠੀ ਪਈ ਸੀ। ਉਹਨੇ ਚੁੱਕ ਕੇ ਪੜ੍ਹਨੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਹਨੂੰ ਸੰਬੋਧਨ ਪੜ੍ਹ ਕੇ ਧੱਕਾ ਜਿਹਾ ਲੱਗਿਆ। ਪਹਿਲੀ ਵਾਰ ਪੜ੍ਹਨ ਉੱਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਹੋਇਆ। ਪੰਜਾਬੀ 'ਚ ਲਿਖੀ ਇਸ ਚਿੱਠੀ 'ਚ ਸਤ ਪ੍ਰਕਾਸ਼ ਨੇ ਨਾ ਅਜ਼ੀਜ਼ ਸ਼ਬਦ ਵਰਤਿਆ ਤੇ ਨਾ ਹੀ ਜੈ ਜੈ ਸੀਆ ਰਾਮ। ਸਿੱਧਾ ਹੀ ਲਿਖਤਾ, ਪਿਆਰੇ ਬ੍ਰਹਮ ਪ੍ਰਕਾਸ਼। ਅਗਲੀਆਂ 4-5 ਸਤਰਾਂ ਇਉਂ ਉਗੜੀਆਂ। ਤੈਨੂੰ ਤਾਂ ਮਾਲੂਮ ਹੀ ਹੈ, ਚੰਡੀਗੜ੍ਹ ਰਹਿਣਾ ਵੀ ਪੰਜਾਬ ਦੇ ਹਾਲਾਤ ਠੀਕ ਨਹੀਂ। ਊਂ ਇੱਧਰ ਖਤਰੇ ਵਾਲੀ ਕੋਈ ਬਾਤ ਨਹੀਂ, ਪਰ ਕੀ ਭਰੋਸਾ, ਨਾ ਜਾਣੀਏ ਕਦੋਂ ਕੁਛ ਹੋ ਜਾਏ। ਤੇ ਮੇਰਾ ਚਿੱਤ ਬੁਝਿਆ ਜਿਹਾ ਰਹਿੰਦਾ ਹੈ। ਤੂੰ ਖਤ ਮਿਲਦੇ ਸਾਰ ਆ ਜਾ, ਨਾਲੇ ਤਾਰੇ ਲਫੈਂਡ ਨੂੰ ਵੀ ਚਕੰਨਾ ਕਰ ਜਾ। ਅੱਗੇ ਤੂੰ ਖੁਦ ਸਮਝਦਾਰ ਹੈ। ਖੈਰ ਅੰਦੇਸ਼, ਸਤ ਪ੍ਰਕਾਸ਼। ਚਿੱਠੀ ਪੜ੍ਹ ਕੇ ਉਹ ਕੁਝ ਪਰੇਸ਼ਾਨ ਹੋਇਆ, ਫਿਰ ਠਠੰਬਰਿਆ। ਹੁਣ ਉਹਨੇ ਸਤ ਪ੍ਰਕਾਸ਼ ਦੀ ਚਿੱਠੀ ਤੋਂ ਉਹਨਾਂ ਅੰਦਰਲਾ ਪੜ੍ਹ ਲਿਆ ਸੀ। ਉਹਦਾ ਆਪਣਾ ਅੰਦਰਲਾ ਪਿੰਗਲਣ ਲੱਗਾ। ਉਹਨੂੰ ਖਤ 'ਚੋਂ ਨਿਰਾਸਤਾ ਤੇ ਉਦਾਸੀ ਸਪਸ਼ਟ ਦਿਖਾਈ ਦੇ ਰਹੀ ਸੀ। ਪਹਿਲਾਂ ਤਾਂ ਉਹਦਾ ਚਿੱਤ ਇਉਂ ਕਦੇ ਡੋਲਿਆ ਨਹੀਂ ਸੀ। ਹੁਣ ਕਿਉਂ ਬੁਝਿਆ ਰਹਿਣ ਲੱਗ ਪਿਆ। ਉੱਤੋਂ ਤਾਰੇ ਲਫੈਂਡ ਦੀ ਗੱਲ। ਕਿਸ ਗੱਲ ਲਈ ਉਹਨੂੰ ਚੁਕੰਨਾ ਕਰਨ ਦੀ ਲੋੜ ਪੈ ਗਈ? ਕਿਤੇ ਉਹਦੇ ਭਤੀਜੇ ਅਸ਼ੋਕ ਕਰਕੇ ਕੋਈ ਟਾਂਟਾ ਪੈ ਗਿਆ ਹੋਵੇ। ਇਹ ਮੁੰਡਾ ਪੜ੍ਹਨ ਨੂੰ ਸਭ ਤੋਂ ਪਿੱਛੇ ਤੇ ਲੜਨ ਨੂੰ ਮੂਹਰੇ ਰਹਿੰਦਾ ਸੀ। ਐਨ ਸਤ ਪ੍ਰਕਾਸ਼ ਦੇ ਉਲਟ ਗਿਆ ਸੀ। 10ਵੀਂ 'ਚ 2 ਵਾਰੀ ਫੇਲ ਹੋ ਕੇ ਪਿੰਡ 'ਚ ਸਾਈਕਲਾਂ ਦੀ ਮੁਰੰਮਤ ਤੇ ਪੈਂਚਰ ਆਦਿ ਲਾਉਣ ਲੱਗ ਪਿਆ ਸੀ। ਤੇ ਪੰਜਾਬ ਦੇ ਰੌਲੇ ਰੱਪੇ ਦੇ ਗੇਟ 'ਚ ਉਹਨੇ ਮਲੇਰਕੋਟਲੇ ਸਾਈਕਲਾਂ ਦੀ ਦੁਕਾਨ ਜਾ ਖੋਲ੍ਹੀ ਸੀ ਤੇ ਹੁਣ ਉਹਦਾ ਕੰਮ ਸੋਹਣਾ ਰਿੜ ਪਿਆ ਸੀ। ਤੇ ਦੂਰ ਦੀ ਸੋਚ ਕੇ ਸਤ ਪ੍ਰਕਾਸ਼ ਨੇ ਉਹਨੂੰ ਉੱਥੇ ਇੱਕ ਘਰ ਲੈ ਦਿੱਤਾ ਸੀ। ਹੁਣ ਉਹਦਾ ਟੱਬਰ ਵੀ ਉੱਥੇ ਹੀ ਰਹਿਣ ਲੱਗ ਪਿਆ। ਸਤ ਪ੍ਰਕਾਸ਼ ਪਿੰਡ ਹੀ ਰਿਹਾ। ਬਿਰਧ ਪਿਓ ਨੂੰ ਥਾਂ ਘਸੀਟਦੇ ਫਿਰਨਾ ਉਹਨੂੰ ਚੰਗਾ ਨਹੀਂ ਸੀ ਲੱਗਦਾ। ਫਿਰ ਬੁੜਾ ਕਿਹੜਾ ਅੱਗੋਂ ਘੱਟ ਸੀ। ਉਹਦੀਆਂ ਲੱਤਾਂ ਜੁੜ ਗਈਆਂ, ਅੱਖਾਂ ਤੋਂ ਘੱਟ ਦਿਖਣ ਲੱਗ ਪਿਆ, ਦੰਦ ਨਿਕਲ ਕੇ ਨਵੇਂ ਸਿਰਿਓਂ ਆ ਗਏ। ਪਰ ਪਿੰਡ ਛੱਡਣ ਦਾ ਨਾਂ ਨਹੀਂ ਸੀ ਲੈਂਦਾ। ਆਖੇ ਕਿਉਂ ਜਾਈਏ ਜੱਦੀ ਪੁਸ਼ਤੀ ਘਰ ਛੱਡ ਕੇ? ਪਿੰਡ ਦਾਦੇ ਪੜਦਾਦੇ ਦੇ ਵੇਲੇ ਤੋਂ ਰਹਿੰਦੇ ਆ ਰਹੇ ਹਾਂ। ਫਿਰ ਕਿਸੇ ਨਾਲ ਬੋਲ ਬਰਾਲਾ ਨਹੀਂ ਹੋਇਆ, ਘੱਟ ਵੱਧ ਨਹੀਂ ਹੋਈ। ਸਾਰੇ ਅੱਧ-ਕੁ ਦੇ ਹੋ ਕੇ ਮਿਲਦੇ ਨੇ। ਧੀ ਭੈਣ ਦੀ ਸਾਂਝ ਇੱਕ, ਡਿੱਗੇ ਪੌਖੜੇ ਦੀ 100 ਖਬਰ ਲੈਣ ਵਾਲੇ। ਮਜਾਲ ਹੈ ਕੋਈ ਅੱਖ 'ਚ ਰੜਕ ਜੇ। ਆਹ ਨਵਾਂ ਜੰਪਿਆ ਛੋਕਰ ਵਾਧਾ, ਮੈਂ ਇਹਨਾਂ ਨੂੰ ਕੀ ਸਮਝਦਾ? ਇਹਨਾਂ 'ਚੋਂ ਕਈਆਂ ਦੇ ਪਿਓ ਬਾਬੇ ਅਜੇ ਜਿਉਂਦੇ ਨੇ। ਉਹ ਤਾਂ ਜਾਣਦੇ ਨੇ ਸਾਡੀ ਪੜ੍ਹਤ ਨੂੰ। ਲੈ ਬਈ, ਮੈਨੂੰ ਨਹੀਂ ਯਾਦ ਕਦੇ ਕਿਸੇ ਨੇ ਮੇਰੇ ਮੂਹਰੇ ਅੱਖ
ਉੱਚੀ ਕੀਤੀ ਹੋਵੇ। ਨੀਵੀਂ ਪਾ ਕੇ ਆਪਣੀਆਂ ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਕੋਲ ਦੀ ਲੰਘ ਜਾਣ ਦਾ ਕਿਹੜਾ ਸਾਡਾ ਨੂਣ ਟਿਰਕਦਾ ਹੈ। ਆਪਣੀ ਮੌਜ 'ਚ ਰਹਿਣ, ਆਪਾਂ ਨੂੰ ਕੀ। ਜਦੋਂ ਕੋਈ ਗੱਲ ਹੋਊ ਦੇਖੀ ਜਾਊ। ਮੈਂ ਤੁਰਨੋਂ ਫਿਰਨੋਂ ਆਰਾ ਹੋ ਗਿਆ। ਨਹੀਂ ਮੈਂ ਖੰਘਣ ਦਿੰਦਾ ਸੀ ਕਿਸੇ ਨੂੰ। ਪਿਛਲੀ ਵੇਰ ਉਹ ਪਿੰਡ ਗਿਆ ਤਾਂ ਬੁੜਾ ਦਾਰੂ ਦੀ ਘੁੱਟ ਪੀ ਕੇ ਤਰਾਰੇ 'ਚ ਆਇਆ ਗੱਲਾਂ ਕਰੀ ਗਿਆ। ਬ੍ਰਹਮ ਪ੍ਰਕਾਸ਼ ਨੂੰ ਜਿਹੜਾ ਬੁੜਿਆਂ ਦੇ ਨਾਂ ਵੀ ਨਹੀਂ ਸੀ ਯਾਦ, ਉਹਨਾਂ ਦੀਆਂ ਗੱਲਾਂ ਸੁਣਾਉਂਦਾ ਰਿਹਾ। ਹਰ ਗੱਲ 'ਚ ਇੱਕੋ ਤਕੀਆ ਕਲਾਮ, ਸਾਡੇ ਵਾਲੇ ਆਹ ਹੁੰਦਾ ਸੀ, ਸਾਡੇ ਵੇਲੇ ਉਹ ਨਹੀਂ ਸੀ ਹੁੰਦਾ। ਉਹ ਦੱਸਦਾ ਹੁੰਦਾ ਕਿ ਉਹਦੇ ਦਾਦੇ ਹੋਰਾਂ ਨੂੰ ਪਿੰਡ ਵਾਲੇ ਇੱਕ ਪੱਗ ਦੇ ਉੱਪਰ 5 ਰੁਪਈਆ ਚਾਂਦੀ ਦੇ ਰੱਖ ਕੇ ਲੈ ਆਏ ਸੀ। ਉੱਥੋਂ ਤੁਰ ਜਾਣਾ ਉਹਦੇ ਲਈ ਪਿੰਡ ਦਾ ਮਾਣ ਤੋੜਨ ਬਰਾਬਰ ਸੀ। ਬੋਲਾਂ ਇਹਦਿਆਂ 'ਚ ਜਿਵੇਂ ਗੜਕਾ ਕਾਇਮ ਸੀ, ਪਰ ਸਰੀਰ ਹੱਡੀਆਂ ਦਾ ਪਿੰਜਰ ਹੋ ਕੇ ਰਹਿ ਗਿਆ ਸੀ। ਉਹ ਆਪਣੇ ਕਮਰੇ 'ਚ ਮੰਜੇ ਨਾਲ ਮੰਜਾ ਹੋਇਆ ਪਿਆ ਰਹਿੰਦਾ। ਦੌਣ ਢਿੱਲੀ ਕਰਕੇ ਉਸ 'ਚ ਗਠੜੀ ਵਾਂਗ ਇਕੱਠਾ ਹੋਇਆ ਬੋਰੀ ਦੀ ਗੱਦੀ ਬਣਵਾ ਕੇ ਉਹ ਆਪਣੇ ਚਿੱਤਰਾਂ ਹੇਠਾਂ ਬੰਨ੍ਹੀ ਰੱਖਦਾ। ਹਾਜ਼ਤ ਹੋਣ 'ਤੇ ਬਾਹਾਂ ਦੇ ਸਹਾਰੇ ਘਿਸਰਦਾ। ਕਮਰੇ ਅੰਦਰ ਬਣੀ ਟਾਇਲਟ 'ਚ ਜਾ ਟੱਟੀ ਪਿਸ਼ਾਬ ਕਰਦਾ ਤੇ ਕਰਿੰਗੜੀ ਬਣਾ ਕੇ ਮੁੜ ਮੰਜੇ 'ਤੇ ਆ ਚੜ੍ਹਦਾ। ਪਤਾ ਨਹੀਂ ਬੁੜੇ ਦੇ ਪ੍ਰਾਣ ਕਿਸ ਚੀਜ਼ ਚੜੇ ਪਏ ਨੇ। ਪੋਤੇ ਦੇ ਵਿਆਹ ਅੜ ਕੇ ਗਿਆ। ਕਾਰ 'ਚ ਢਾਸਣੇ ਵਾਲੀ ਗੱਦੀ ਲਗਵਾ ਕੇ ਪੜਪੋਤਾ ਵੀ ਜੰਮ ਪਿਆ। ਅਜੇ ਵੀ ਕਹਿੰਦਾ ਇਹਦਾ ਵਿਆਹ ਦੇਖ ਕੇ ਮਰੂ। ਦੇਖ ਲਓ, ਭਾਵੇਂ ਮੈਂ ਆਪਣੀ ਕਿਰਿਆ ਸੋਧਣ ਜੋਗਾ ਹੈਗਾ ਅਜੇ, ਤੁਹਾਡੇ ਸਹਾਰੇ ਨਹੀਂ। ਇਹੋ ਜਿਹੀਆਂ ਗੱਲਾਂ ਉਹ ਦਾਰੂ ਦੀ ਘੁੱਟ ਪੀ ਕੇ ਹੀ ਕਰਦਾ, ਨਹੀਂ ਤਾਂ ਗੁੰਮ-ਸੁੰਮ ਹੋਇਆ ਪਿਆ ਰਹਿੰਦਾ। ਉਹਨੂੰ ਨਹੀਂ ਯਾਦ ਕਿ ਚੌਥਾ ਪੈਗ ਪੀਤਾ ਵੀ ਸੀ ਜਾਂ ਨਹੀਂ। ਹਾਂ, ਇੱਕ ਤਿਆਰ ਬਰ ਤਿਆਰ ਉਹਦੇ ਸਾਹਮਣੇ ਪਿਆ ਸੀ। ਚੰਗਾ ਹੋਇਆ ਮਿੱਤਲ ਨਹੀਂ ਆਇਆ, ਨਹੀਂ ਤਾਂ ਉਹਨੇ ਮਗਜੌਲੀ ਮਾਰੀ ਜਾਣੀ ਸੀ। ਨਾ ਕਿਸੇ ਗੱਲ ਦਾ ਸਿਰਾ ਨਾ ਅੰਤ। ਜਦੋਂ ਵੀ ਆਉਂਦਾ ਭਾਂਡੇ ਖੰਡਾ ਕੇ ਜਾਂਦਾ। ਇਹ ਲਾਓ, ਵਹ ਲਾਓ, ਮੇਰੀ ਸਿਗਰਟ ਲਗਵਾਓ, ਕਹਾਂ ਹੈ ਮੋਤੀ ਰਾਮ ਕੈਸੇ ਹੋ, ਖੁਸ਼ ਤੋਂ ਹੋ। ਇੱਕ ਗੱਲੋਂ ਚੰਗਾ ਹੀ ਹੋਇਆ ਉਹ ਨਹੀਂ ਆਇਆ। ਉਹ ਸੋਚਦਾ ਰਿਹਾ। ਉਹਨੇ ਚਿੱਠੀ ਫੇਰ ਪੜ੍ਹੀ, ਹੋਰ ਵੀ ਜਜ਼ਬਾਤੀ ਹੋ ਗਿਆ। ਉਹਨੂੰ ਸਤ ਪ੍ਰਕਾਸ਼ ਦੀ ਯਾਦ ਰਹਿ ਰਹਿ ਕੇ ਆ ਰਹੀ ਸੀ। ਉਹਦੀ ਸੋਚ ਵਿੱਚ ਸਤ ਪ੍ਰਕਾਸ਼ ਦਾ ਮੜੰਗਾ ਉੱਭਰਿਆ। ਪਿਛਲੀ ਵਾਰ ਜਦੋਂ ਪਿੰਡ ਗਿਆ ਸੀ ਤਾਂ ਸਤ ਪ੍ਰਕਾਸ਼ ਹੱਟੀ ਦੀ ਗੱਦੀ 'ਤੇ ਬੈਠਾ ਸੀ। ਝੁਰੜੀਦਾਰ ਗੋਲ ਚਿਹਰਾ, ਅੱਖਾਂ 'ਚ ਠਹਿਰਾਓ, ਦਾੜੀ ਦੇ ਕਰੜ ਬਰੜੇ ਵਧੇ ਹੋਏ ਵਾਲ, ਤੇੜ ਉੱਚੀ ਚੱਕਵੀਂ ਧੋਤੀ, ਗਲ ਚਿੱਟੇ ਗਦਾਮਾਂ ਵਾਲੇ 2 ਜੇਬੀ ਮੋਟੇ ਲੱਠੇ ਦੀ ਜੈਕਟ, ਹੇਠਾਂ ਜਨੇਊ, ਕੰਨਾਂ 'ਚ ਨੱਤੀਆਂ। ਹੱਟੀ ਦੇ ਮੱਥੇ ਉੱਤੇ ਉਹਦੇ ਸਿਰ ਦੇ ਐ ਨੂੰ ਤਾਂ ਕਰਕੇ ਲਟਕ ਰਿਹਾ ਟੀਨ ਦਾ ਪੁਰਾਣਾ ਫੱਟਾ, ਜਿਸ ਉੱਤੇ ਘਸਮੈਲੇ ਅੱਖਰਾਂ 'ਚ ਲਿਖਿਆ ਹੋਇਆ, ਪਿੰਡ ਦਲੂਮਾਂ ਵਾਲੇ ਸਤ ਪ੍ਰਕਾਸ਼ ਬੈਕਟਰ ਦੀ ਪਰਚੂਨ ਦੀ ਮਸ਼ਹੂਰ ਹੱਟੀ। ਹੱਟੀ ਅੰਦਰ ਕਪਾਹ, ਦਾਣੇ, ਵੜੇਵਿਆਂ ਦੀਆਂ ਢੇਰੀਆਂ, ਨਿੱਕੇ ਮੋਟੇ ਸਮਾਨ ਨਾਲ ਅੱਧ-ਪਚੱਧੇ ਭਰੇ ਡੱਬੇ, ਇੱਕ ਪਾਸੇ ਕੰਧ 'ਚ ਫਿੱਟ ਕੀਤੀ ਫੱਟੀ ਉੱਤੇ ਕੱਚ ਦੀਆਂ ਬੋਤਲਾਂ ਦੀ ਕਤਾਰ ਵਿੱਚ ਗੋਲੀਆਂ, ਹਰੇ, ਪੀਲੇ, ਲਾਲ ਰੰਗ ਦੀਆਂ। ਮਸ਼ਹੂਰ ਹੱਟੀ। ਉਹਦੇ ਬੁੱਲ੍ਹਾਂ ਉੱਤੇ ਆਈ ਕੌੜੀ ਕਸੈਲੀ ਪਰ ਠਹਿਰੀ ਹੋਈ ਮੁਸਕਰਾਹਟ ਨੇ ਜਿਵੇਂ ਹੁੰਗਾਰਾ ਭਰਿਆ। ਇਹ ਕਿਹੋ ਜਿਹੀ ਮੁਸਕਰਾਹਟ ਸੀ ਜਿਸ 'ਚ ਸੁੱਧੀ ਕੁੜੱਤਣ ਨਹੀਂ ਸੀ, ਸਗੋਂ ਆਪਣੱਤ ਭਰੇ ਵਿਅੰਗ ਦੀ ਪੁੱਠ ਵੀ ਰਲੀ ਹੋਈ ਸੀ। ਉਹਦੇ ਧੁਰ ਅੰਦਰੋਂ ਬੇਮਲੂਮਾ ਜਿਹਾ ਕੁਝ ਉਛਲਿਆ। ਅੱਖਾਂ ਦੀਆਂ ਗੰਨੀਆਂ ਉੱਤੇ ਉਹਨੇ ਰੁਮਾਲ ਫੇਰੀ। ਉਹਨੂੰ ਅਜੀਬ ਜਿਹਾ ਅਹਿਸਾਸ ਹੋਇਆ ਕਿ ਰੁਮਾਲ ਸੁੱਕੀ ਦੀ ਸੁੱਕੀ ਰਹਿ ਗਈ ਸੀ। ਪਹਿਲੇ ਸਾਲਾਂ ਵਿੱਚ ਜਦੋਂ ਚੰਡੀਗੜ੍ਹ ਆਉਂਦਾ ਸੀ ਤਾਂ ਇਉਂ ਨਹੀਂ ਸੀ ਹੁੰਦਾ। ਘਰੋਂ ਵਿਛੜਨ ਲੱਗਿਆ, ਭਾਈ ਦੀ ਪੀਡੀ ਬੁੱਕਲ 'ਚੋਂ ਨਿਕਲਦਿਆਂ, ਭੂਆ ਦੇ ਸਿਰ ਪਲੋਸਣ 'ਤੇ ਫਿਰ ਛਾਤੀ ਨਾਲ ਲੱਗਣ ਸਮੇਂ ਬਿਰਧ ਪਿਓ ਦੇ ਪੈਰੀਂ ਹੱਥ ਲਾਉਣ 'ਤੇ ਉਹਦੀਆਂ ਅਸੀਸਾਂ ਸੁਣਦਿਆਂ ਪਹਿਲਾਂ ਉਹਦਾ ਗੱਚ ਭਰਦਾ, ਫਿਰ ਸਾਰਾ ਆਪਾ ਉਛਲ ਜਾਂਦਾ। ਅੱਖਾਂ ਆਪ ਮੁਹਾਰੇ ਛਲਕ ਉੱਠਦੀਆਂ। ਹੰਝੂਆਂ ਦੀਆਂ ਤਤੀਰੀਆਂ ਉਹਦੀਆਂ ਗੱਲਾਂ ਉੱਤੋਂ ਦੀ ਇਉਂ ਵਹਿਣ ਲੱਗ ਪੈਂਦੀਆਂ ਜਿਵੇਂ ਕੱਚੇ ਘਰਾਂ ਦੀਆਂ ਕੰਧਾਂ ਉੱਤੋਂ ਦੀ ਮੂੰਹ ਜ਼ੋਰ ਪੈਂਦੇ ਮੀਂਹ ਦੀਆਂ ਘਰਾਲਾਂ। ਤੇ ਉਹਨਾਂ ਹੰਝੂਆਂ ਨੂੰ ਰੁਮਾਲ ਨਾਲ ਪੂੰਝਦਾ ਥੱਕ ਜਾਂਦਾ, ਪਰ ਉਹ ਸੰਨ ਕੇ ਮੁੜ ਆਈ ਜਾਂਦੇ। ਪਤਾ ਨਹੀਂ ਕਿਵੇਂ ਉਹ ਭਰ ਜਾਂਦਾ, ਵਹਿ ਤੁਰਦਾ। ਪਤਾ ਨਹੀਂ ਕਿੰਨਾ ਪਾਣੀ ਹੈ ਅੰਦਰ ਜੋ ਮੁੱਕਣ 'ਚ ਹੀ ਨਹੀਂ ਆਉਂਦਾ। ਉਦੋਂ ਸੋਚਦਾ ਹੁੰਦਾ ਕਿੰਨਾ ਮੋਹ ਸੀ ਉਹਦੇ ਅੰਦਰ, ਟੱਬਰ ਦੇ ਜੀਆਂ ਲਈ, ਆੜੀਆਂ ਲਈ, ਪਿੰਡ ਦੇ ਲੋਕਾਂ ਲਈ। ਜਿਉਂ-ਜਿਉਂ ਮੋਹ ਕਰਦਾ ਓਨਾ ਹੀ ਵਧੀ ਜਾਂਦਾ। ਉਦੋਂ ਉਹਨੂੰ ਪਿੰਡ ਦੀਆਂ ਯਾਦਾਂ ਘੇਰੀ ਰੱਖਦੀਆਂ। ਹਰ ਦੂਜੇ ਤੀਜੇ ਮਹੀਨੇ ਉਹ ਪਿੰਡ ਗੇੜਾ ਮਾਰਦਾ, ਆਪਣੇ ਯਾਰ ਬੇਲੀਆਂ ਨੂੰ ਮਿਲਦਾ। ਉਹ ਬਰੋਟੇ ਵਾਲੇ ਖੂਹ 'ਤੇ ਜਾਂਦੇ ਤੇ ਰੱਜ-ਰੱਜ ਪਾਣੀ ਪੀਂਦੇ। ਇੰਨਾ ਮਿੱਠਾ ਪਾਣੀ ਉਹਨੂੰ ਬਾਹਰ ਕਿਤੇ ਵੀ ਨਸੀਬ ਨਹੀਂ ਸੀ ਹੋਇਆ। ਹੋਰ ਕਿਸੇ ਥਾਂ ਦਾ ਪਾਣੀ ਇੱਦਾਂ ਦਾ ਹੈ ਹੀ ਨਹੀਂ। ਉਹ ਕਮਲਿਆਂ ਵਾਂਗ ਕਹਿ ਦਿੰਦਾ ਕਿ ਹੀ ਸਾਂਝ ਸੀਏ, ਨਿਰਛਲ, ਨਿਰਸੰਕੋਚ, ਨਿੱਜੀ ਲੋੜਾਂ ਤੋਂ ਮੁਕਤ। ਉਹਨੇ ਅੱਧ ਛਲਕੇ ਜਿਹੇ ਨੇ ਸੋਚਿਆ। ਫਿਰ ਉਹਦਾ ਪਿੰਡ ਲਈ ਉਹ ਦਰੇਵਾਂ ਘਟਦਾ ਮਰ ਮੁੱਕ ਗਿਆ। ਸਾਰੀ ਉਮਰ ਇੱਕ ਥਾਂ ਨਾਲ ਤਾਂ ਮਨੁੱਖ ਬੱਝਿਆ ਨਹੀਂ ਰਹਿ ਸਕਦਾ।
ਉਹ ਕੋਈ ਡੰਗਰ ਥੋੜ੍ਹਾ ਹੀ ਹੈ ਜੋ ਇੱਕੋ ਕੀਲੇ ਨਾਲ ਬੱਝਿਆ ਰਹੇ। ਉਹ ਸਾਰੀ ਦੁਨੀਆ ਨੂੰ ਪੁਲਾੜਾਂ ਨੂੰ ਗਾਉਣਾ ਚਾਹੁੰਦਾ ਸੀ। ਜਿੱਥੇ ਗਿਆ ਉੱਥੇ ਹੀ ਰਚ ਮਿਚ ਗਿਆ। ਮਨੁੱਖ ਅੰਦਰ ਅੰਤਾਂ ਦੀ ਜਗਿਆਸਾ ਭਰੀ ਪਈ ਹੈ, ਬੇਪਨਾਹ ਉਤਸੁਕਤਾ। ਪਤਾ ਨਹੀਂ ਕਦੋਂ ਪੰਛੀ ਵਾਂਗ ਉਡਾਰੀ ਮਾਰ ਕੇ ਕਿਤੇ ਚਲਾ ਜਾਵੇ। ਉਹਦਾ ਤਰਕ ਬੋਲਿਆ। ਹੁਣ ਉਹ ਕਦੇ ਕਦਾਈ ਘਰ ਜਾਂਦਾ ਹੈ। ਬੜਾ ਭਾਈ ਵੀ ਉਹਦਾ ਕਦੇ ਕਦਾਈ ਘਰ ਆਉਂਦਾ ਹੈ। ਚਿੱਠੀਆਂ ਵੀ ਉਹ ਇੱਕ ਦੂਜੇ ਨੂੰ ਘੱਟ ਵੱਧ ਹੀ ਲਿਖਦੇ ਹੈ। ਲਿਖਦੇ ਵੀ ਨੇ ਤਾਂ ਉਹਦੇ ਅੰਦਰ ਜਜ਼ਬੇ ਦੀ ਇੰਨੀ ਸ਼ਿੱਦਤ ਨਹੀਂ ਹੁੰਦੀ। ਕਾਰੋਬਾਰੀ ਜੀਆਂ ਗੱਲਾਂ, ਆਮ ਫਹਿਮ। ਉਹਦੇ ਮੁੰਡੇ ਵੀ ਤਾਂ ਇਉਂ ਹੀ ਕਰਨ ਲੱਗ ਪਏ ਨੇ। ਪਹਿਲਾਂ ਆਪਣੀਆਂ ਚਿੱਠੀਆਂ 'ਚੋਂ ਚੰਡੀਗੜ੍ਹ ਦੇ ਗੁਣ ਗਾਉਣੋਂ ਨਹੀਂ ਸੀ ਥੱਕਦੇ। ਉਹ ਰੋਜ਼ ਗਾਰਡਨ, ਝੀਲ, ਰੌਕ ਗਾਰਡਨ ਅਤੇ ਹੋਰ ਕਿੰਨੀਆਂ ਹੀ ਥਾਵਾਂ ਦਾ ਮੋਹ ਨਾਲ ਜ਼ਿਕਰ ਕਰਦੇ ਹੁੰਦੇ ਸੀ। ਅਤੇ ਹੁਣ ਉਹਨਾਂ ਦੇ ਦਿਲ 'ਚੋਂ ਇਹ ਥਾਵਾਂ ਇੱਕ ਇੱਕ ਕਰਕੇ ਘਿਰ ਗਈਆਂ। ਵਲੈਤ 'ਚ ਇਦੋਂ ਕਿਤੇ ਵੱਧ ਸੋਹਣੀਆਂ ਅਤੇ ਮਨ ਨੂੰ ਮੋਹ ਲੈਣ ਵਾਲੀਆਂ ਥਾਵਾਂ ਨੇ। ਉਹ ਦਲੀਲ ਦੇਣ ਲੱਗ ਪਏ ਨੇ। ਪਰਦਾ ਜ਼ਰਾ ਕੁ ਹਿੱਲਿਆ। ਉਹ ਚੁਕੰਨਾ ਜਿਹਾ ਹੋ ਕੇ ਬੋਲਿਆ, ਕੌਣ? ਮਿੱਤਲ ਸਾਹਿਬ ਖਾਣਾ ਲਗਾਏ? ਮੋਤੀ ਰਾਮ ਪੋਲੇ ਪੈਰੀ ਅੰਦਰ ਆ ਕੇ ਝਿਜਕਦਾ ਬੋਲਿਆ। ਅੱਛਾ ਮੋਤੀ ਹੈ, ਬੈਠ। हाँ, अरे वहाँ नहीं, इधर मेरे पास। ਬ੍ਰਹਮ ਪ੍ਰਕਾਸ਼ ਜਜ਼ਬੇ ਦੇ ਪਾਣੀ 'ਚ ਸਰਾਬੌਰ ਹੋਇਆ। ਬੜੇ ਮੋਹ ਨਾਲ ਬੋਲਿਆ। ਮੋਤੀ ਰਾਮ ਸੰਕੋਚ ਜਿਹੇ ਨਾਲ ਬੈਠ ਗਿਆ। ਆਪਣੇ ਸਾਹਿਬ ਨੂੰ ਉਹ ਜਾਣਦਾ ਸੀ। ਜਦੋਂ ਗੁੱਸੇ 'ਚ ਹੋਵੇ ਤਾਂ ਘੁਰਕੀ ਦੇ ਕੇ ਜਾਨ ਹੀ ਕੱਢ ਲੈਂਦਾ ਸੀ, ਅਤੇ ਜਦੋਂ ਮੋਹ 'ਚ ਆਏ ਤਾਂ ਮਾਲਕ ਨੌਕਰ ਦਾ ਰਿਸ਼ਤਾ ਪਿੱਛੇ ਹਟ ਜਾਂਦਾ ਅਤੇ ਉਹਦੇ ਨਾਲੋਂ ਬੱਚਿਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ। ਆਪਣੀ ਆਈ 'ਤੇ ਆ ਜਾਂਦਾ ਤਾਂ 2-4 ਰੁਪਇਆਂ ਪਿੱਛੇ ਖਫਾ ਖੂਨ ਹੋ ਜਾਂਦਾ। ਮੌਤ 'ਚ ਹੋਵੇ ਤਾਂ ਭਾਵੇਂ ਘਿਓ ਦੇ ਘੜੇ ਮੁੱਧ ਜਾਣ। ਹੁਣ ਸਾਹਿਬ ਮੌਤ 'ਚ ਸੀ। ਲੈ ਮੋਤੀ, ਤੂੰ ਵੀ ਇੱਕ ਪੈਗ। ਬ੍ਰਹਮ ਪ੍ਰਕਾਸ਼ ਉਹਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਿਆਂ ਬੋਲਿਆ। ਨਹੀਂ ਸਾਹਿਬ। ਮੋਤੀ ਰਾਮ ਹੋਰ ਵੀ ਝਿਜਕ ਗਿਆ। ਕਿਉਂ, ਕਿਆ ਬਾਤ, ਅੱਛੀ ਨਹੀਂ ਲੱਗਦੀ? ਉਹਨੇ ਪੁੱਛਿਆ। ਉਦਾਸ ਹੋ, ਘਰ ਕੀ ਯਾਦ ਆਤੀ ਹੈ? ਉਹਦਾ ਮੂੰਹ ਉਮੜ ਆਇਆ। ਮੋਤੀ ਰਾਮ ਹਾਂ 'ਚ ਸਿਰ ਹਿਲਾ ਕੇ ਤਾਕੀ 'ਚ ਕੋਠੀ ਦੇ ਬਨੇਰੇ ਵੱਲ ਝਾਕਣ ਲੱਗ ਪਿਆ। ਅੱਛਾ ਜਾ, ਖਾਣਾ ਠਹਿਰ ਕੇ ਖਾਏਂਗੇ, ਪਹਿਲੇ ਆਪਣੀ ਬੀਵੀ ਜੀ ਕੋ ਭੇਜ। ਮੋਤੀ ਰਾਮ ਚਲਾ ਗਿਆ। ਪੈਗ ਚੌਥਾ ਸੀ ਜਾਂ ਪੰਜਵਾਂ, ਬ੍ਰਹਮ ਪ੍ਰਕਾਸ਼ ਲਈ ਇਹਦਾ ਕੋਈ ਮਹੱਤਵ ਨਹੀਂ ਸੀ। ਇਸ ਗੱਲ ਦਾ ਜ਼ਰੂਰ ਸੀ ਕਿ ਆਪਣੀ ਬੀਵੀ ਦੇ ਕਮਰੇ 'ਚ ਆਉਣ ਤੋਂ ਪਹਿਲਾਂ ਉਹਨੂੰ ਖਤਮ ਕੀਤਾ ਜਾਏ। ਉਹ ਦਰਮਿਆਨੇ ਹਿੰਦੂ ਘਰ 'ਚ ਜੰਮੀ ਪਲੀ ਸੀ ਅਤੇ ਦਾਰੂ 'ਚੋਂ ਕੁਰੈਤ ਮੰਨਦੀ ਸੀ। ਇੱਕੋ ਸ਼ੌਕ ਸੀ ਪਾਠ ਪੂਜਾ ਦਾ, ਅਤੇ ਉਹਦਾ ਮਨ ਖੁਸ਼ ਰੱਖਣ ਲਈ ਬ੍ਰਹਮ ਪ੍ਰਕਾਸ਼ ਨੇ ਕੋਠੀ ਦੇ ਇੱਕ ਕਮਰੇ 'ਚ ਉਹਨੂੰ ਮੰਦਰ ਬਣਵਾ ਦਿੱਤੀ। ਉਹ ਪੈਗ ਵੀ ਉਹਨੇ ਪੀ ਲਿਆ। ਬੋਤਲ ਅਤੇ ਗਲਾਸ ਕਾਹਲੀ ਪਰ ਸਾਂਭ ਕੇ ਅਲਮਾਰੀ 'ਚ ਰੱਖ ਦਿੱਤੇ। ਆਪ ਆਰਾਮ ਨਾਲ ਪਰ ਚੇਤੰਨ ਹੋ ਕੇ ਬੈਠ ਗਿਆ ਅਤੇ ਸੋਚਣ ਲੱਗਾ ਕਿ ਗੱਲ ਕਿਵੇਂ ਸ਼ੁਰੂ ਕਰੇ। ਚਿੱਠੀ ਦੀ ਗੱਲ ਉਹ ਇੱਕਦਮ ਨਹੀਂ ਸੀ ਕਰਨਾ ਚਾਹੁੰਦਾ। ਉਹਦੀ ਬੀਵੀ ਆ ਗਈ। ਸੁਣਾ ਲਾਜਵੰਤੀ, ਕਿਵੇਂ ਐ ਸਿਹਤ ਹੁਣ? ਉਹਨੇ ਰਸਮੀ ਗੱਲ ਤੋਰੀ। ਹੋਰ ਕੁਝ ਉਸ ਸਮੇਂ ਸੁੱਝ ਹੀ ਨਹੀਂ ਸੀ ਰਿਹਾ। ਲਾਜਵੰਤੀ ਬੋਲੀ ਨਹੀਂ। ਉਹਦੀ ਹਾਲਤ ਵੇਖ ਕੇ ਉਹ ਨਾਰਾਜ਼ ਹੋ ਗਈ ਜਾਪਦੇ ਸੀ। ਮੈਂ ਕਿਹਾ ਬੋਲਦੀ ਨਹੀਂ, ਸਿਹਤ ਤਾਂ ਠੀਕ ਹੈ। ਮੈਂ ਹੋਮਿਓਪੈਥੀ ਦੇ ਡਾਕਟਰ ਨਾਲ ਗੱਲ ਕੀਤੀ ਸੀ। ਉਹ ਕਹਿੰਦਾ ਆਪ ਆ ਕੇ ਹਾਲਤ ਦੱਸੋ ਅਤੇ ਦਵਾਈ ਲੈ ਜਾਓ। ਅਤੇ ਮੈਂ ਕਹਿੰਦਾ ਵੀ ਕੱਲ੍ਹ ਸਵੇਰੇ ਤੂੰ ਜਾ ਹੀ ਆਈ ਉਸ ਵੱਲ। ਐਤਵਾਰ ਹੈ, ਗੱਡੀ ਵਿਹਲੀ ਹੈ। ਲਾਜਵੰਤੀ ਠੀਕ ਹੋ ਕੇ ਬੈਠ ਗਈ। ਫਿਰ ਸਿਰ ਹਿਲਾਇਆ ਜਿਵੇਂ ਕਹਿੰਦੀ ਹੋਵੇ ਚੰਗਾ ਚਲੀ ਜਾਊਂ, ਪਰ ਫਰਕ ਕੋਈ ਨਹੀਂ ਪੈਣ ਲੱਗਾ। ਸਾਡੇ ਪਿੰਡ, ਮੇਰਾ ਮਤਲਬ ਹੈ ਆਪਣੇ ਪਿੰਡ, ਇੱਕ ਪੁਰਾਣਾ ਵੈਦ ਹੈ, ਉਹਦੇ ਹੱਥਾਂ 'ਚ ਜੱਸ ਹੈ। ਉਹਦੀ ਦਵਾਈ ਨਾ ਖਾ ਕੇ ਦੇਖ ਲਈਏ, ਸ਼ਾਇਦ ਉਹ ਤੋਂ ਹੀ ਆਰਾਮ ਆ ਜੇ। ਕੀ ਕਹਿੰਦੀ ਹੈ? ਉਹ ਕੁਝ ਕਾਹਲਾ ਪੈਂਦਾ ਬੋਲਿਆ। ਹੋਊ ਵੈਦ ਵੂਦ, ਮੇਰੇ ਤੋਂ ਨਹੀਂ ਥਾਂ ਧੱਕੇ ਖਾਏ ਜਾਂਦੇ ਇਸ ਉਮਰ 'ਚ। ਆਖਰ ਉਹਨੇ ਵਾਚੀ ਖੋਲ੍ਹੀ। ਬ੍ਰਹਮ ਪ੍ਰਕਾਸ਼ ਨੇ ਸੁੱਖ ਦਾ ਸਾਹ ਲਿਆ। ਉਹ ਤਾਰਾ ਲਫੈਂਡ ਆ ਨਾ ਆਪਣੇ ਪਿੰਡ ਵਾਲਾ, ਉਹ 2 ਮਹੀਨੇ ਹੋ ਗਏ ਉਹਨੂੰ ਆਏ ਨੂੰ। ਪਹਿਲਾਂ ਕਿੰਨੀਆਂ ਸਾਮੀਆਂ ਲੈ ਕੇ ਆਉਂਦਾ ਹੁੰਦਾ ਸੀ, ਕਿਤੇ ਕਿਸੇ ਦੇ ਧੱਕੇ ਹੀ ਨਾ ਚੜ੍ਹ ਗਿਆ ਹੋਵੇ। ਐਉਂ ਬੰਦਿਆਂ ਨੂੰ ਵਾਹ ਲੱਗਦੀ ਹੱਥਾਂ 'ਚੋਂ ਨਹੀਂ ਨਿਕਲ ਦੇਣਾ ਚਾਹੀਦਾ। ਚੰਗੇ ਵਕੀਲ ਦੀ ਇਹੀ ਤਾਂ ਹੁਸ਼ਿਆਰੀ ਮੰਨੀ ਜਾਂਦੀ ਹੈ। ਨਾਲੇ ਉਹਨੂੰ ਮਿਲ ਲਾਂਗੇ। ਆਖਰ ਮੇਰਾ ਪੁਰਾਣਾ ਆੜੀ ਹੈ, ਹਮਜਮਾਤੀ, ਹੁਣ ਤਾਂ ਸਰਪੰਚ ਵੀ ਬਣ ਗਿਆ। ਨਾਲੇ ਨਾ ਸਤ ਪ੍ਰਕਾਸ਼ ਹੋਰਾਂ ਦਾ ਧਿਆਨ ਰੱਖਣ ਲਈ ਕਹਿ ਆਵਾਂਗੇ। ਹਾਲਾਤ ਤਾਂ ਦੇਖ। ਬੋਲਦੇ ਦਾ ਉਹਦਾ ਮਨ ਭਰ ਆਇਆ, ਪਰ ਲਾਜਵੰਤੀ ਟਸ ਤੋਂ ਮਸ ਨਾ ਹੋਈ। ਸਤ ਪ੍ਰਕਾਸ਼ ਦੀ ਚਿੱਠੀ ਵੀ ਆਈ ਹੈ, ਉਦਾਸ ਹੈ। ਉਹਨੇ ਆ ਕੇ ਮਿਲ ਜਾਣ ਲਈ ਆਖਿਆ। ਮੈਂ ਤਾਂ ਕਹਿੰਦਾ ਕੱਲ੍ਹ ਨੂੰ ਆਪਾਂ ਦੋਵੇਂ ਜਾ ਆਉਂਦੇ ਹਾਂ, ਨਾਲੇ ਦਵਾਈ ਲੈ ਆਵਾਂਗੇ, ਨਾਲੇ ਮਿਲ ਆਵਾਂਗੇ। ਐਵੇਂ ਕਮਲਿਆਂ ਵਾਲੀ ਅੜੀ ਨਹੀਂ ਕਰੀਦੀ। ਉਹ ਮਨਾਉਣ ਦੇ ਲਹਿਜੇ 'ਚ ਬੋਲਿਆ। ਸਤ ਪ੍ਰਕਾਸ਼ ਦੀ ਚਿੱਠੀ ਬਾਰੇ ਸੁਣ ਕੇ ਉਹ ਚੁਕੰਨੀ ਹੋ ਗਈ। ਫਿਰ ਸੋਚਣ 'ਚ ਪੈ ਗਈ। ਫਿਰ ਕਿਵੇਂ ਕਰੀਏ? ਬੋਲੇਂਗੀ ਵੀ ਕੁਛ? ਹੁਣ ਬ੍ਰਹਮ ਪ੍ਰਕਾਸ਼ ਦੇ ਬੋਲਾਂ 'ਚ ਨਰਮੀ ਸੀ। ਰੋਟੀ ਖਾ ਲਓ ਹੁਣ, ਸਵੇਰੇ ਦੇਖੀ ਜਾਊ, ਕਹਿ ਕੇ ਗੋਡਿਆਂ 'ਤੇ ਹੱਥ ਰੱਖ ਕੇ ਉੱਠੀ ਅਤੇ ਬ੍ਰਹਮ ਪ੍ਰਕਾਸ਼ ਦੇ ਦੇਖਦਿਆਂ ਬਾਹਰ ਨਿਕਲ ਗਈ। ਉਸ ਰਾਤ ਉਹਨੇ ਰੋਟੀ ਨਾ ਖਾਧੀ। ਉਂਝ ਹੀ ਬਿਨਾਂ ਕੱਪੜੇ ਬਦਲਿਆਂ ਪੈ ਗਿਆ। ਜਾਂ ਤਾਂ ਉਹਦੀ ਅੱਖ ਨਾ ਲੱਗਦੀ, ਜੇ ਲੱਗਦੀ ਤਾਂ ਅਜੀਬ ਸੁਪਨੇ ਆਉਣ ਲੱਗ ਪੈਂਦੇ।
ਕਦੇ ਉਹ ਵਿਲਾਇਤ ਹੁੰਦਾ ਆਪਣੇ ਮੁੰਡਿਆਂ ਕੋਲ ਗੋਰੀ ਨੂੰਹ ਨਾਲ ਸੈਰ ਸਪਾਟੇ ਕਰ ਰਿਹਾ, ਤੇ ਕਦੇ ਪਿੰਡ ਦੇ ਵੈਦ ਨੂੰ ਲਾਜਵੰਤੀ ਦੀ ਨਬਜ਼ ਦਿਖਾ ਰਿਹਾ ਹੁੰਦਾ। ਕਦੇ ਜਵਾਨੀ ਪਹਿਰੇ ਦੀ ਉਮਰ 'ਚ ਉਹ ਤੇ ਲਾਜਵੰਤੀ ਕਿਸੇ ਤੀਰਥ ਦੀ ਯਾਤਰਾ ਉੱਤੇ ਜਾ ਰਹੇ ਹੁੰਦੇ। ਰਾਹ 'ਚ ਉਹ ਪਹਿਲਾਂ ਕਿਸੇ ਪਹਾੜੀ 'ਤੇ ਚੜ੍ਹ ਰਿਹਾ ਹੁੰਦਾ ਤੇ ਫਿਰ ਹੇਠ ਨੂੰ ਰਿੜ੍ਹਦਾ ਜਾ ਰਿਹਾ ਹੁੰਦਾ। ਲਾਜਵੰਤੀ ਬੇਵਸ ਤੇ ਲਾਚਾਰ ਚੀਕਾਂ ਮਾਰਦੀ ਕਿਧਰੇ ਛਾਈ ਮਾਈ ਹੋ ਜਾਂਦੀ। ਹੁਣ ਕਚਹਿਰੀ 'ਚ ਖੜਾ ਕੇਸ ਲੜ ਰਿਹਾ ਹੈ, ਹੁਣੇ ਬਿਰਧ ਪਿਓ ਕੋਲ ਬੈਠਾ ਉਹਦੀਆਂ ਗੱਲਾਂ ਸੁਣ ਰਿਹਾ ਹੈ, ਹੁਣੇ ਸੱਤ ਪ੍ਰਕਾਸ਼ ਲਹੂ ਲੁਹਾਣ ਹੋਇਆ ਹੱਟੀ ਮੂਹਰੇ ਪਿਆ। ਬੁੜੀ ਭੂਆ ਪ੍ਰੇਤ ਵਾਂਗ ਹੱਸ ਰਹੀ ਹੈ, ਕੋਲ ਮਿੱਤਲ ਲਹੂ ਭਿੱਜੀ ਖੰਜਰ ਲਈ ਖੜਾ ਹੈ। ਕਦੀ ਤਾਰਾ ਲਫੈਂਡ ਉਹਨੂੰ ਪਿੰਡ ਦੇ ਦਰਵਾਜ਼ੇ 'ਚ ਘੇਰੀ ਖੜਾ ਹੁੰਦਾ ਹੈ, ਕੋਲ ਪੁੱਟੇ ਹੋਏ 2 ਕੁ ਗੰਨੇ ਪਏ ਹੁੰਦੇ। ਉਹ ਲਾਲ ਅੱਖਾਂ ਕੱਢੀ ਮੁੱਛਾਂ ਨੂੰ ਵੱਟ ਦਿੰਦਾ ਲਲਕਾਰ ਰਿਹਾ ਹੁੰਦਾ ਤੇ ਉੱਚੀ ਪਿੰਡ ਦੀ ਪੰਚਾਇਤ ਨੂੰ ਸੁਣਾ ਕੇ ਕਹਿੰਦਾ, ਮੈਂ ਨਹੀਂ ਜਾਣਦਾ, ਉਹਨੂੰ ਕਹੋ ਕਿ ਗੰਨਿਆਂ ਨੂੰ ਇੱਕ ਚੋਵੇਂ ਲਾ ਦੇਵੇ ਜਿਵੇਂ ਪਹਿਲਾਂ ਖੜੇ ਸੀ। ਸੱਤ ਪ੍ਰਕਾਸ਼ ਹੱਥ ਬੰਨੀ ਪਿੰਡ ਦੀ ਪੰਚਾਇਤ ਨੂੰ ਬੇਨਤੀ ਕਰ ਰਿਹਾ ਹੁੰਦਾ, ਪੰਚਾਇਤੇ ਇਹ ਨਿਆਣਾ ਹੈ, ਇਹਨੂੰ ਮਾਫ਼ ਕਰ ਦਿਓ। ਭਲਾ ਪੁੱਟੇ ਹੋਏ ਗੰਨੇ ਮੁੜ ਕੇ ਉਵੇਂ ਕਿਵੇਂ ਲੱਗ ਸਕਦੇ ਨੇ? ਕੁਦਰਤ ਦੀ ਕੋਈ ਰੀਸ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਬਸ ਹੋ ਗਈ ਗਲਤੀ ਇਹ ਤੋਂ। 1-2 ਵੇਰਾਂ ਉਹ ਪਸੀਨੇ ਨਾਲ ਭਰਿਆ ਤੇ ਬੇਚੈਨ ਜਿਹਾ ਹੋ ਕੇ ਉਬੜਵਾਏ ਉੱਠਿਆ, ਪਾਣੀ ਪੀਤਾ, ਮੁੜ ਲੰਮਾ ਪੈ ਗਿਆ। ਕਾਲੀ ਬੋਲੀ ਰਾਤ ਮੁੱਕਣ 'ਚ ਹੀ ਨਹੀਂ ਸੀ ਆ ਰਹੀ। ਅਖੀਰ ਸਵੇਰ ਹੋਈ। ਉਹ ਨਹਾਤਾ ਧੋਤਾ, ਚਾਹ ਪੀਤੀ। ਲਾਜਵੰਤੀ ਪਾਠ ਪੂਜਾ ਤੋਂ ਵਿਹਲੀ ਹੋ ਕੇ ਬੈਠਕ 'ਚ ਆ ਗਈ। ਪਿੰਡ ਜਾਣ ਦੀ ਗੱਲ ਫੇਰ ਤੁਰੀ। ਹੁਣ ਲਾਜਵੰਤੀ ਬੋਲ ਰਹੀ ਸੀ, ਉਹ ਸੁਣ ਰਿਹਾ ਸੀ। ਠੰਡਾ ਸੀਤ ਹੋਇਆ। ਨਾ ਤਾਂ ਮੈਂ ਤੁਹਾਨੂੰ ਭੇਜਾਂ, ਨਾ ਕਿਸੇ ਨੂੰ ਗੱਡੀ ਲੈ ਕੇ ਜਾਣ ਦਿਆਂ। ਅਸੀਂ ਕਿਉਂ ਪਰਾਏ ਦੁੱਖ ਮਾਰੇ ਫਿਰੀਏ? ਸਾਡੀ ਜਾਨ ਹੈ, ਐਂ ਸਸਤੀ ਨਹੀਂ। ਇੱਕ ਗੱਲ ਹੋਰ ਸੁਣ ਲੈ, ਮੈਂ ਆਪਣੇ ਘਰ 'ਚ ਸ਼ਰੀਕ ਨਹੀਂ ਬਣਨੇ। ਆਪਣੀ ਹੋਣੀ ਆਪ ਭੁਗਤਣ, ਪਿੰਡ 'ਚ ਰਹਿਣ ਜਾਂ ਕਿਤੇ ਹੋਰ ਚਲੇ ਜਾਣ। ਨਾਲੇ ਤੁਸੀਂ ਕਹਿੰਦੇ ਹੋ ਭਾਈ ਜੀ ਨੇ ਲਿਖਿਆ ਵੀ ਖਤਰੇ ਵਾਲੀ ਕੋਈ ਗੱਲ ਨਹੀਂ। ਇੱਕ ਬਿੰਦ ਰੁਕਣ ਪਿੱਛੋਂ ਫੇਰ ਬੋਲੀ, ਟਿਕ ਟਕਾ ਹੋਏ ਤੋਂ ਚਲੇ ਜਾਵਾਂਗੇ, ਜੇ ਬਹੁਤਾ ਹੀ ਕਹਿੰਦੇ ਹੋ ਤਾਂ। ਸੁਣ ਲਈ ਮੇਰੀ ਗੱਲ? ਬ੍ਰਹਮ ਪ੍ਰਕਾਸ਼ ਨੇ ਸੁਣ ਲਈ ਸੀ ਤੇ ਚੁੱਪ ਹੋਇਆ ਬੈਠਾ ਸੀ। ਚਲੋ ਐਂ ਕਰੋ, ਜੇ ਬਹੁਤਾ ਹੀ ਹੇਜ ਮਾਰਿਆ ਜਾਂਦਾ ਘਰਦਿਆਂ ਦਾ ਤਾਂ ਮੋਤੀ ਰਾਮ ਹੱਥ 200-400 ਰੁਪਏ ਭੇਜ ਦਿਓ, ਬਾਈ ਜੀ ਨੂੰ ਦੇ ਆਊ, ਨਾਲੇ ਖਬਰਸਾਰ ਲੈ ਆਊ। ਲਾਜਵੰਤੀ ਨੇ ਫੈਸਲਾ ਸੁਣਾ ਦਿੱਤਾ। ਕੁਝ ਚਿਰ ਉਹ ਸੋਚਦਾ ਰਿਹਾ, ਫਿਰ ਬਿਨਾਂ ਚੂੰ ਚਰਾਂ ਕੀਤੇ ਅੰਦਰ ਗਿਆ। ਸੱਤ ਪ੍ਰਕਾਸ਼ ਤੇ ਤਾਰੇ ਲਫੈਂਡ ਨੂੰ 2 ਦਸਤੀ ਚਿੱਠੀਆਂ ਲਿਖੀਆਂ। 2000 ਰੁਪਏ ਲਾਜਵੰਤੀ ਤੋਂ ਚੋਰੀਓਂ ਮੋਤੀ ਰਾਮ ਦੇ ਹੱਥ ਵੜਾਏ ਕੇ ਘਰ ਦੇ ਆਏ। ਮੋਤੀ ਰਾਮ ਚਿੱਠੀਆਂ ਤੇ ਰੁਪਏ ਲੈ ਕੇ ਚਲਾ ਗਿਆ। ਆਥਣੇ ਸੂਰਜ ਡੁੱਬਦੇ ਨਾਲ ਵਾਪਸ ਆਇਆ। ਘਰ 'ਚ ਸੁੱਖ ਸ਼ਾਂਤ ਸੀ। ਬਾਈ ਜੀ ਤੇ ਭੂਆ ਜੀ ਠੀਕ ਠਾਕ ਸਨ। ਉਹਨੇ ਸੱਤ ਪ੍ਰਕਾਸ਼ ਦੀ ਜਵਾਬੀ ਚਿੱਠੀ ਲੈ ਕੇ ਤੁਰੰਤ ਪੜ੍ਹੀ ਲਿਖਿਆ ਸੀ। ਤਾਰਾ ਸਿਉਂ ਸਰਪੰਚ ਨੇ ਅੱਜ ਪੰਚਾਇਤ ਇਕੱਠੀ ਕੀਤੀ ਸੀ। ਉੱਥੇ ਫੈਸਲਾ ਹੋਇਆ ਕਿ ਸਾਨੂੰ ਉਹ ਤੱਤੀ ਹਵਾ ਨਹੀਂ ਲੱਗਣ ਦੇਣਗੇ, ਚਾਹੇ ਜੋ ਕੁਛ ਹੋ ਜੇ। ਚਿੱਠੀ ਪੜ੍ਹ ਕੇ ਉਹ ਸੰਤੁਸ਼ਟ ਹੋ ਗਿਆ। ਉਹਨੂੰ ਖੁਸ਼ੀ ਸੀ ਕਿ ਆਪਣਾ ਫਰਜ਼ ਉਹਨੇ ਚੰਗੀ ਤਰ੍ਹਾਂ ਨਿਭਾ ਦਿੱਤਾ ਹੈ। ਉਹਨੂੰ ਮਹਿਸੂਸ ਹੋਇਆ ਜਿਵੇਂ ਉਹਦੇ ਸਿਰ ਤੋਂ ਮਣਾ ਮੂੰਹੀ ਭਾਰ ਲੈ ਗਿਆ ਹੋਵੇ। ਉਹ ਉੱਠਿਆ, ਰਿਟਾਇਰਿੰਗ ਰੂਮ 'ਚ ਗਿਆ, ਪੈਗ ਬਣਾਇਆ ਤੇ ਬਿਨਾਂ ਮਿੱਤਲ ਦੀ ਉਡੀਕ ਕੀਤਿਆਂ ਚੁਸਕੀਆਂ ਭਰ ਪੀਣ ਲੱਗ ਪਿਆ। ਧੰਨਵਾਦ।